ਤੇ ਅਸੀਂ ਅੱਜ ਜੋ ਪ੍ਰੋਗਰਾਮ ਲੈ ਕੇ ਆਏ ਹਾਂ ਬਾਬਾ ਸਾਹਿਬ ਦੇ ਨਿਰਮਾਣ ਦਿਵਸ 'ਤੇ ਅੱਜ ਜਿਹੜੇ ਵੀ ਸਾਡੀਆਂ ਭੈਣਾਂ ਭਰਾਵਾਂ ਨੇ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰਨੇ ਆ ਉਹ ਟੈਲੀਫੋਨ ਕੋਲਾਂ ਕਰ ਸਕਦੇ ਆ। ਤੇ ਅੱਜ ਮੇਰੇ ਨਾਲ ਸਾਥ ਦੇਣ ਵਾਸਤੇ ਬੱਤੂ ਭੈਣ ਜੀ ਆ ਸਤਿਆ ਜੀ ਜੈ ਗੁਰਦੇਵ ਜੈ ਭੀਮ। ਜੈ ਭੀਮ ਜੈ ਗੁਰਦੇਵ ਜੀ। ਸਾਰੇ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੈ ਗੁਰਦੇਵ ਨਮੋ ਬੁੱਧਾ ਜੈ ਭੀਮ ਜੀ। ਤੇ ਨਾਲ ਗਰਮੀਤ ਜੀ ਜੈ ਗੁਰਦੇਵ ਜੈ ਧੰਨ ਗੁਰਦੇਵ ਜੀ। ਹਾਂਜੀ ਤੇ ਅਸੀਂ ਅੱਜ ਬਾਬਾ ਸਾਹਿਬ ਦੇ ਕਿਉਂਕਿ ਅੱਜ ਇੱਕ ਅਹਿਮ ਦਿਨ ਆ ਜਿਹੜਾ ਕਿ ਬਾਬਾ ਸਾਹਿਬ ਸਾਡੇ ਕੋਲ ਅੱਜ ਦੇ ਦਿਨ ਵਿਛੜੇ ਸੀਗੇ ਪਰ ਉਹ ਗਏ ਨਹੀਂ, ਉਹ ਸਾਡੇ ਕੋਲ ਹੀ ਆ, ਸਾਡੇ ਨਾਲ ਹੀ ਆ, ਹਮੇਸ਼ਾ ਨਾਲ ਆ। ਜੋ ਉਹਨਾਂ ਨੇ ਸਾਨੂੰ ਦਿੱਤਾ ਆ ਉਹ ਤਾਂ ਸਦੀਆਂ ਸਦੀਆਂ ਤੱਕ ਹੀ ਜਦ ਤੱਕ ਦੁਨੀਆ ਦੇ ਉੱਤੇ ਇਨਸਾਨ ਰਹਿਣੇ ਆ ਉਦ ਤੱਕ ਸਦੀਆਂ ਤਾਂ ਹੀ ਉਹਨਾਂ ਦਾ ਜੋ ਉਪਦੇਸ਼ ਆ ਉਹ ਸਮਾਜ ਤੱਕ ਜਾਂਦਾ ਰਹਿਣਾ ਆ। ਅਤੇ ਸਪੈਸ਼ਲ ਜੋ ਉਹਨਾਂ ਨੇ ਇੱਕ ਔਰਤ ਜਾਤੀ ਲਈ ਕੀਤਾ ਆ ਉਹਦੇ ਲਈ ਅਸੀਂ ਤਿੰਨੇ ਭੈਣਾਂ ਹੀ ਪ੍ਰੋਗਰਾਮ ਕਰਨ ਆਈਆਂ ਆ ਕਿਉਂਕਿ ਅਸੀਂ ਅੱਜ ਜੇ ਇੱਦਾਂ ਇੱਥੇ ਬੈਠੇ ਹਾਂ ਅਤੇ ਬਾਬਾ ਸਾਹਿਬ ਦੀ ਹੀ ਬਦੌਲਤ ਆ। ਜੇਕਰ ਅੱਜ ਅਸੀਂ ਕੋਈ ਵੀ ਅਹੁਦਿਆਂ 'ਤੇ ਸਾਡੀਆਂ ਭੈਣਾਂ ਪੜ੍ਹ ਲਿਖ ਕੇ ਗਈਆਂ ਅਤੇ ਉਹ ਵੀ ਬਾਬਾ ਸਾਹਿਬ ਦੀ ਬਦੌਲਤ ਆ। ਅਤੇ ਜੇਕਰ ਹੋਰ ਵੀ ਬਹੁਤ ਸਾਰੇ ਹੱਕ ਜੋ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਰਾਹੀਂ ਲੈ ਕੇ ਦਿੱਤੇ ਆ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅਤੇ ਕਿਉਂਕਿ ਬਾਬਾ ਸਾਹਿਬ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ, ਉਹਨੇ ਤਾਂ ਆਪਣੇ ਜੀਵਨ ਵਿੱਚੋਂ ਇੰਨਾ ਕੁਛ ਇੰਨਾ ਸੰਘਰਸ਼ ਕੀਤਾ ਅਤੇ ਨਾਲ ਨਾਲ ਜੋ ਉਹਨਾਂ ਨੇ ਸਾਨੂੰ ਦਿੱਤਾ ਆ ਅਸੀਂ ਪੇ ਬੈਕ ਸੋਸਾਇਟੀ ਕਰੀਏ, ਕੁਛ ਨਾ ਕੁਛ ਆਪਾਂ ਵਧੀਆ ਮੈਸੇਜ ਦੇ ਸਕੀਏ, ਕੁਛ ਨਾ ਕੁਛ ਉਪਦੇਸ਼ ਉਹਨਾਂ ਦਾ ਜਿਹੜਾ ਉਹਨਾਂ ਨੇ ਬੋਲ ਕੇ ਦੱਸਿਆ ਜਾਂ ਸੰਵਿਧਾਨ ਰਾਹੀਂ ਦੱਸਿਆ ਉਹਨਾਂ ਦਾ ਉਹ ਆਪਾਂ ਮੈਸੇਜ ਜਿਹੜਾ ਸੀਗਾ ਉਹ ਅੱਗੇ ਪਹੁੰਚਾ ਸਕੀਏ। ਅਤੇ ਕੰਠ TV 'ਤੇ ਸਾਰੇ ਦਰਸ਼ਕਾਂ ਨੂੰ ਮੈਂ ਅੱਜ ਦੇ ਬਾਬਾ ਸਾਹਿਬ ਦੇ ਨਿਰਵਾਣ ਦਿਵਸ 'ਤੇ ਕਹਿੰਦੀ ਹਾਂ ਕਿ ਆਪਾਂ ਉਹਨਾਂ ਨੂੰ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਅਤੇ ਜੋ ਵੀ ਸ਼ਰਧਾਂਜਲੀ ਦੇਣੀ ਆ ਅਤੇ ਤੁਸੀਂ ਟੈਲੀਫੋਨ ਕਰਕੇ ਤੁਸੀਂ ਕਹਿ ਸਕਦੇ ਅਤੇ ਨਾਲ ਅੱਜ ਸਾਡੇ ਨਾਲ ਜੋ ਰੱਤੂ ਭੈਣ ਜੀ ਆਏ ਆ ਅਤੇ ਅਸੀਂ ਉਹਨਾਂ ਕੋਲ ਵੀ ਉਹਨਾਂ ਦੇ ਜੀਵਨੀ ਬਾਰੇ ਗੱਲਾਂ ਬਾਤਾਂ ਕਰਾਂਗੇ ਅਤੇ ਜੋ ਉਹਨਾਂ ਨੇ ਦੁਨੀਆ 'ਚ ਆਏ ਉਹਨਾਂ ਨੇ ਸੰਘਰਸ਼ ਕੀਤੇ ਆ ਅਤੇ ਨਾਲ ਨਾਲ ਜੋ ਉਹਨਾਂ ਦੀ ਧਰਮ ਪਤਨੀ ਸੀ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਸੰਘਰਸ਼ ਕੀਤੇ। ਕਿਹੜੀ ਔਰਤ ਉਸ ਔਰਤ ਨੇ ਬਾਬਾ ਸਾਹਿਬ ਨੂੰ ਮਿਹਨਤ ਕਰਕੇ ਪੜ੍ਹਾਇਆ, ਨਾਲ ਜੋ ਬੱਚਿਆਂ ਦੀ ਉਹਨਾਂ ਨੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਇਹੀ ਕਿਹਾ ਕਿ ਬਾਬਾ ਸਾਹਿਬ ਪੜ੍ਹ ਜਾਣ ਅਤੇ ਉਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਸੀਗਾ ਕਿ ਉਹ ਬਾਕੀ ਜੋ ਸਾਡੇ ਲਈ ਉਹਨਾਂ ਨੇ ਕਿ ਉਹਨਾਂ ਦੇ ਹਜ਼ਾਰਾਂ ਹੀ ਬੱਚੇ ਮਗਰ ਜਿਹੜੇ ਕਿ ਉਹਨਾਂ ਨੇ ਪੜ੍ਹ ਲਿਖ ਕੇ ਸੰਵਿਧਾਨ ਰਾਹੀਂ ਜਾਂ ਉਹਨਾਂ ਨੇ ਸੋਚਿਆ ਸੀ ਉਹਨਾਂ ਦੀ ਅਸੀਂ ਅੱਜ ਉਹਨਾਂ ਨੂੰ ਵੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਅਤੇ ਇਹੀ ਕਹਿੰਦੇ ਹੋਏ ਸੱਤੇ ਭੈਣ ਜੀ ਤੁਸੀਂ ਅੱਜ ਦੇ ਇਸ ਨਿਰਮਾਣ ਦਿਵਸ 'ਤੇ ਕੀ ਕਹਿਣਾ ਚਾਹੁੰਦੇ? ਥੈਂਕ ਯੂ ਤੁਹਾਡਾ ਪਹਿਲਾਂ ਤਾਂ ਭੋਲੀ ਜੀ ਕਾਂਛੀ TV 'ਤੇ ਮੈਨੂੰ ਮੌਕਾ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੈਣ ਜੀ। ਅਤੇ ਅੱਜ ਬਾਬਾ ਸਾਹਿਬ ਦੀ ਆਪਣੀ ਜੋ ਲਾਈਫ ਹੈ ਆਪਾਂ ਨੂੰ ਪਤਾ ਹੀ ਆ ਕਿੱਦਾਂ ਉਹਨਾਂ ਨੇ ਸਾਡੇ 'ਤੇ ਜ਼ਿੰਦਗੀ ਲਾਈ ਆ ਅਤੇ ਮੈਂ ਉਹਨਾਂ ਦੇ ਅੱਜ ਪਰਿਨਿਰਵਾਣ 'ਤੇ ਇੱਕ ਕਵਿਤਾ ਬੋਲਦੀ ਹਾਂ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ, ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ, ਪਰਿਨਿਰਵਾਣ 6 ਦਸੰਬਰ ਤਾਈਆਂ ਹੀ ਦਿਨ ਮਨਾਇਆ ਹੈ, ਪਰਿਨਿਰਵਾਣ 6 ਦਸੰਬਰ ਤਾਈਆਂ ਹੀ ਦਿਨ ਮਨਾਇਆ ਹੈ। ਭੀਮ ਰਾਓ ਨੇ ਗਰੀਬਾਂ ਖਾਤਰ ਸਾਰੀ ਜ਼ਿੰਦੜੀ ਲਾਈ ਹੈ, ਭੀਮ ਰਾਓ ਨੇ ਗਰੀਬਾਂ ਖਾਤਰ ਸਾਰੀ ਜ਼ਿੰਦੜੀ ਲਾਈ ਹੈ, ਗਰੀਬਾਂ ਤਾਈਂ ਹੱਕ ਦਵਾ ਕੇ ਆਪ ਕੱਟੀ ਅਖਿਆਈ ਹੈ, ਗਰੀਬਾਂ ਤਾਈਂ ਹੱਕ ਦਵਾ ਕੇ ਆਪ ਕੱਟੀ ਅਖਿਆਈ ਹੈ। ਭੀਮ ਦੀ ਕੁਰਬਾਨੀ ਨੇ ਅੱਜ ਸੁੱਤਾ ਜੱਗ ਜਗਾਇਆ ਹੈ, ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ, ਪਰਿਨਿਰਵਾਣ 6 ਦਸੰਬਰ ਤਾਈਆਂ ਦਿਨ ਮਨਾਇਆ ਹੈ। ਗਰੀਬਾਂ ਤਾਈਂ ਮਿਲਣ ਜ਼ਮੀਨਾਂ ਨਾਲੇ ਮਿਲਣ ਨੌਕਰੀਆਂ, ਗਰੀਬਾਂ ਤਾਈਂ ਮਿਲਣ ਜ਼ਮੀਨਾਂ ਨਾਲੇ ਮਿਲਣ ਨੌਕਰੀਆਂ, ਮਜ਼ਦੂਰਾਂ ਦੇ ਸਿਰਾਂ ਤੋਂ ਲੱਥਣ ਬੋਝ ਟੋਕਰੀਆਂ, ਮਜ਼ਦੂਰਾਂ ਦੇ ਸਿਰਾਂ ਤੋਂ ਲੱਥਣ ਬੋਝ ਟੋਕਰੀਆਂ। ਇੱਦਾਂ ਸੀ ਸੰਵਿਧਾਨ ਲਿਖ ਕੇ ਭੀਮ ਨੇ ਕਰਮ ਕਮਾਇਆ ਹੈ, ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ, ਪਰਿਨਿਰਵਾਣ 6 ਦਸੰਬਰ ਤਾਈਆਂ ਹੀ ਦਿਨ ਮਨਾਇਆ ਹੈ। ਭਾਰਤ ਦਾ ਵਿਧਾਨ ਲਿਖ ਕੇ ਗਰੀਬਾਂ ਨੂੰ ਹੱਕ ਦਿਵਾਏ, ਭਾਰਤ ਦਾ ਵਿਧਾਨ ਲਿਖ ਕੇ ਗਰੀਬਾਂ ਨੂੰ ਹੱਕ ਦਿਵਾਏ, ਸਭ ਧਰਮ ਬਰਾਬਰ ਕਰਕੇ ਵਿਧਾਨ ਦੇ ਵਿੱਚ ਦਿਖਾਏ, ਸਭ ਧਰਮ ਬਰਾਬਰ ਕਰਕੇ ਵਿਧਾਨ ਦੇ ਵਿੱਚ ਦਿਖਾਏ, ਸਭ ਧਰਮਾਂ ਨੂੰ ਛੱਡ ਕੇ ਸੱਤਿਆ ਰੱਤੂ ਬੁੱਧ ਧਰਮ ਅਪਣਾਇਆ ਹੈ, ਸਭ ਧਰਮਾਂ ਨੂੰ ਛੱਡ ਕੇ ਸੱਤਿਆ ਰੱਤੂ ਬੁੱਧ ਧਰਮ ਅਪਣਾਇਆ ਹੈ। ਭੀਮ ਰਾਓ ਨੇ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ,
परिनिर्वाण 6 दसंबर ताइयों दिन मनाया है। भीम राव ने सारा जीवन कौम दे लेखे लाया है। परिनिर्वाण 6 दसंबर ताइयों दिन मनाया है। भोली जी देखो दिन उन्होंने महापुरुषों के मनाए हुए होंगे आ जिन्होंने कौम बदले कुछ करके गए आ। ते बाबा साहब हुणी तो बहुत कुछ साडी लिए करके गए आ, असीं उन्होंने कभी भुल नहीं सकते। सानू अज मौका मिलिया आ, अज उन्हों की देन है तो असीं इत्थे बैठे। हाँ जी, तो मैं तो यही सब नूं कहूँगी जो भैणां पढ़ियां लिखियां सानू मौका मिलिया सारिਆਂ ਨੂੰ आ के अगे काम करना चाहिए समाज का। तो जब सानू राह दस के गए आ सानू उन्हां दे राह ते चलना चाहिए। बिल्कुल बिल्कुल सत्य। हाँ जी, बहुत सारी कविता राही भी दस्या कि परिनिर्वाण दिवस अज तां ही मनाया कि उन्होंने कुछ कौम लिए किया। हाँ जी, उन्होंने ही परिनिर्वाण दिवस जन दिहाड़े मनाए जाते जिहड़े कि कौम दे कोई एक कुछ ना कुछ कौम नूं दे के जाते, कौमां नूं, कौम लिए नहीं, उन्होंने तो सारिया कौमां लिए किया। हाँ जी, एक कौम लिए नहीं किया, एक औरत लिए नहीं किया, उन्होंने सारियां औरतां लिए किया है। हाँ जी, हाँ जी, ते हमेशा ही उन्होंने जो कुछ उन्होंने ऊंच नीच नहीं देखी। उन्होंने ऊंच नीच नहीं देखी। हाँ जी, जो अज ਜਿਹੜੇ ਵੱਡੇ ਲੋਕ ਆ ਕਹਿੰਦੇ ਆ ਵੀ ਇਦਾਂ ਆ ਸਮਾਜ ਨੂੰ ਗਲਤ ਕਹਿੰਦੇ ਆ, ਉਹਨਾਂ ਔਰਤਾਂ ਲਈ ਵੀ ਬਾਬਾ ਸਾਹਿਬ ਨੇ ਕੀਤਾ ਆ। हाँ जी, सिर का ताज नारी ਨੂੰ ਬਣਾਇਆ। हाँ जी, ਅੱਜ ਜਿੱਦਾਂ ਆਪਾਂ ਇੱਥੇ ਬੈਠੇ ਆ ਤੇ ਜਿੱਦਾਂ ਕਹਿ ਦਿਓ ਕਿ ਸਾਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਅੱਜ ਨਹੀਂ ਤਾਂ ਅਸੀਂ ਸਾਡੇ ਵੀ ਸਿਰਾਂ ਦੇ ਤੇ ਟੋਕਰੀਆਂ ਤੇ ਛੱਡ ਹੋਣੇ हाँ जी, ਇਹੀ ਹੋਣੇ ਅੱਜ ਅਸੀਂ ਦੇਖੋ ਵੱਡੇ ਚੈਨਲਾਂ ਤੇ ਬੈਠੇ ਆ ਤੇ ਆਪਾਂ ਹੋਰ ਵੀ ਵੱਡੇ ਅਹੁਦੇ ਆ ਤੇ ਸਾਡੀਆਂ ਭੈਣਾਂ ਆ ਜੋ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਬੇਟੀਆਂ ਸਾਡੀਆਂ ਕਿਉਂਕਿ ਬੜੀਆਂ ਅਫਸਰ ਬਣੀਆਂ ਕਿਉਂਕਿ ਜੇਕਰ ਉਹਨਾਂ ਨੂੰ ਬਰਾਬਰਤਾ ਦੇ ਹੱਕ ਮਿਲੇ ਆ। ਨਹੀਂ ਤਾਂ ਜਿਸ ਤਰ੍ਹਾਂ ਕਿ ਮਨੁਸਮ੍ਰਿਤੀ ਵਿੱਚ ਲਿਖਿਆ ਆ ਕਿ ਔਰਤ ਨੂੰ ਨਾਲ ਹੀ ਸਾੜ ਦਿੱਤਾ ਜਾਵੇ ਤੇ ਉਹ ਜੇ ਉਹ ਦਿਨ ਹੁੰਦਾ ਤੇ ਖਰੇ ਸਾਨੂੰ ਵੀ ਇਦਾਂ ਹੀ ਕਰਨੀ ਸੀਗੀ, ਇਦਾਂ ਹੀ ਕਰਨਾ ਸੀਗਾ। ਬਾਬਾ ਸਾਹਿਬ ਤੁਹਾਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਉਹਨਾਂ ਨੇ ਅੱਜ ਸਾਡੇ ਨਾਲ ਵੀ ਜਿਨ੍ਹਾਂ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਹਾਂਜੀ, ਦੇਖੋ ਭੋਲੀ ਜੀ ਜਦੋਂ ਕੋਈ ਔਰਤ ਆਪਣਾ ਘਰ ਨਹੀਂ ਸੀ ਨਾਂ ਲਵਾ ਸਕਦੀ, ਸਾਨੂੰ ਕੋਈ ਲਾਅ ਨਹੀਂ ਸੀਗਾ, ਕੋਈ ਥਾਂ ਨਹੀਂ ਸੀ ਨਾਂ ਲਵਾ ਸਕਦਾ, ਸਾਡੇ ਵੱਡੇ ਵਡੇਰੇ ਵੀ ਨਹੀਂ ਸੀ ਨਾਂ ਲਵਾ ਸਕਦੇ, ਇੱਕ ਦੂਜੇ ਦੇ ਨਾਂ ਲਵਾਉਂਦੇ ਸੀ। ਆਪਣੇ ਮਾਪੇ ਤੋਂ ਸੁਣੀਦਾ ਸੀਗਾ ਕਹਿਣਾ ਅਸੀਂ ਆਪਣੇ ਨਹੀਂ ਹੱਕ ਲੈ ਸਕਦੇ ਸੀਗੇ ਨਾਂ, ਹੋਰ ਦੂਜਿਆਂ ਦੇ ਨਾਂ ਲਵਾਉਣੇ। ਕਿੱਡੀ ਵੱਡੀ ਇਹ ਗੱਲ ਸੀ। ਅੱਜ ਅਸੀਂ ਸੋਚਦੇ ਆ ਵੀ ਬਾਬਾ ਸਾਹਿਬ ਜੇ ਨਾ ਆਉਂਦੇ ਤਾਂ ਸਾਡੇ ਨਾਲ ਵੀ ਇਦਾਂ ਹੀ ਹੋਣੀ ਸੀ, ਸਾਡੇ ਹੱਥ 'ਚ ਤਾਂ ਕੁਝ ਵੀ ਨਹੀਂ ਸੀ ਹੋਣਾ। ਹੁਣ ਅਸੀਂ ਬੜੀ ਟੌਰ ਨਾਲ ਬੈਂਕਾਂ 'ਚ ਜਾਈਦਾ ਆ, ਜਾ ਕੇ ਉਦੋਂ ਕੋਈ ਬੈਂਕ ਵੀ ਨਹੀਂ ਸੀ ਬਣਾ ਸਕਦੀ ਲੇਡੀਜ਼, ਕੁਝ ਵੀ ਨਹੀਂ ਸੀ, ਸਾਨੂੰ ਹੱਕ ਹੀ ਨਹੀਂ ਸੀਗੇ ਤੇ ਲੋਕ ਕੇ ਰਹਿਣਾ, ਝੁੰਡ ਕੱਢ ਕੇ ਲੁਕੋ ਕੇ ਰੱਖਦੇ ਹੁੰਦੇ ਸੀਗੇ। ਕਿੰਨੀ ਹਾਲਤ ਸਾਡੇ ਮਾਪੇ ਦੱਸਦੇ ਹੁੰਦੇ ਸੀ ਸਾਨੂੰ, ਜਦੋਂ ਉਹਨਾਂ ਨੂੰ ਦੱਸਣਾ ਤੇ ਸਾਨੂੰ ਉਹ ਰੋਜ਼ ਆਉਣਾ ਵੀ ਉਹ ਕਿੱਦਾਂ ਦਾ ਟਾਈਮ ਸੀ, ਸਾਡੇ ਮਾਪੇ ਨੇ ਕਿੰਨਾ ਔਖਾ ਕੱਢਿਆ। ਇੱਕ ਬਾਬਾ ਸਾਹਿਬ ਜੇ ਨਾ ਆਉਂਦੇ ਤੇ ਸਾਨੂੰ ਕਿੰਨਾ ਹਾਰਡ ਸੀ ਟਾਈਮ। ਤੇ ਜਿਹੜੇ ਅੱਜ ਵੀ ਕਿਹੜੇ ਸਾਨੂੰ ਮੋਰੇ ਕੋਈ ਆਉਣ ਦਿੰਦਾ ਹੈ, ਹੱਲੇ ਵੀ ਜੇ ਸੋਚਿਆ ਜਾਵੇ ਤਾਂ ਹਜੇ ਵੀ ਫਰਕ ਆ। ਉਹ ਦੇਖੋ ਨੇ ਬਰਾਬਰਤਾ ਦੇ ਹੱਕ ਲੈ ਕੇ ਤਾਂ ਦਿੱਤੇ ਆ, ਪਰ ਆਉਣ ਥੋੜੀ ਦਿੰਦੇ। ਸਮਾਜ ਹੱਲੇ ਜਿੱਦਾਂ ਕਹਦੇ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਨਹੀਂ ਦਿੰਦਾ ਹੈਗਾ। ਤੇ ਆਪਾਂ ਨੂੰ ਸਾਰਿਆਂ ਨੂੰ ਜਿੱਦਾਂ ਕਹਦੇ ਕਿ ਔਰਤ ਨੂੰ ਜਾਂ ਸਾਡੀਆਂ ਬੇਟੀਆਂ ਨੂੰ ਅੱਗੇ ਵੱਧ ਕੇ ਆਉਣਾ ਚਾਹੀਦਾ ਆ ਤੇ ਆਪਣਾ ਜੋ ਵੀ ਹੱਕ ਆ, ਹੱਕ ਦਾ ਮਤਲਬ ਇਹ ਆ ਕਿ ਆਪਾਂ ਵੀ ਆਦਮੀ ਦੇ ਬਰਾਬਰ ਕੰਮ ਕਰ ਸਕਦੇ ਆ। ਬਾਬਾ ਸਾਹਿਬ ਨੇ ਕਿਹਾ ਕਿ ਔਰਤ ਘੱਟ ਨਹੀਂ ਕਿ ਪੜ੍ਹ ਲਿਖ ਕੇ ਬਰਾਬਰ ਆਦਮੀ ਦੇ ਕੰਮ ਕਰ ਸਕਦੀ ਹੈ। ਸੋ ਆਪਾਂ ਇਸ ਕਰਕੇ ਹਰੇਕ ਕੰਮ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਹੜੇ ਕੰਮ 'ਚ ਕਿ ਜਿੱਥੇ ਔਰਤ ਨਹੀਂ ਕੰਮ ਕਰ ਸਕਦੀ ਹੈਗੀ। ਦੇਖੋ ਉਹਨਾਂ ਨੇ ਹਿੰਦੂ ਕੋਡ ਬਿੱਲ ਬਣਾ ਕੇ ਕਿੰਨਾ ਕੁਛ ਸਾਨੂੰ, ਅਸੀਂ ਭੋਲੀ ਜੀ ਉੱਧਰ ਗਏ ਆ, ਸਾਨੂੰ ਮੌਕਾ ਮਿਲਿਆ ਤੇ ਜਿੱਧਰ ਬਾਬਾ ਸਾਹਿਬ ਦਾ ਆਪਣੇ ਮਹਾਰਾਸ਼ਟਰ ਵਿੱਚ ਅਸੀਂ ਬਹੁਤ ਚੀਜ਼ਾਂ ਉਹਨਾਂ ਦੀਆਂ ਦੇਖ ਕੇ ਆਏ। ਉੱਧਰ ਤਾਂ ਏਦਾਂ ਹਨਾ ਜਿਹੜੇ ਸਿਆਣੇ ਬੱਚੇ ਆ ਬਾਬਾ ਸਾਹਿਬ ਜੀ ਨੂੰ ਰੱਬ ਮੰਨਦੇ ਆ, ਕਹਿੰਦੇ ਸਾਨੂੰ ਤਾਂ ਜੋ ਕੁਛ ਇਹੀ ਦੇ ਕੇ ਗਏ। ਜਦੋਂ ਉਹਨਾਂ ਨੇ ਸਾਨੂੰ ਦੇਖਣਾ ਕਿੱਦਾਂ ਜੱਫੀਆਂ ਪਾਉਣੀਆਂ, ਬੱਚਿਆਂ ਨੇ ਬੁੱਢੇ ਨਿਆਣੇ ਕਿੰਨਾ ਪਿਆਰ ਕਰਦੇ ਸੀ। ਜੋ ਵੀ ਅਸੀਂ ਜਦੋਂ ਦੱਸਿਆ ਤੇ ਅਸੀਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਬਾਬਾ ਸਾਹਿਬ ਦੇ ਮਿਸ਼ਨ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਸਤਿਕਾਰ ਦਿੱਤਾ। ਨਾਲ ਸਾਡੇ ਹਰਸਰਾਜ ਬੰਗਾ ਭਾਜੀ ਸਾਡੇ ਸੀਗੇ ਤੇ ਅਸੀਂ ਵੀ ਸੀ, ਹੋਰ ਵੀ ਸਾਡੇ ਨਾਲ ਸੀ। ਤੇ ਜਿਸ ਵੇਲੇ ਅਸੀਂ ਉੱਧਰ ਮਹਾਰਾਸ਼ਟਰ ਵਿੱਚ ਗਏ ਆ ਅਸੀਂ ਤਾਂ ਉਹ ਵੀ ਜਗ੍ਹਾ ਦੇਖ ਕੇ ਜਿੱਥੇ ਉਹਨੂੰ ਪਾਣੀ ਨਹੀਂ ਸੀ ਪੀਣ ਦਿੰਦੇ। ਹਾਂਜੀ ਤੇ ਉਹ ਵੀ ਅਸੀਂ ਜਗ੍ਹਾ ਦੇਖੀ ਕਿੰਨਾ ਕੁਛ ਸਾਡੇ ਲਈ ਕਰਕੇ ਗਏ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆ। ਉਹ ਜਿੱਦਾਂ ਕਹਿ ਦਿਓ ਕਿ ਜਦ ਤੱਕ ਚੰਦ ਸੂਰਜ ਤਾਰੇ ਰਹਿਣੇ ਉਦ ਤੱਕ ਬਾਬਾ ਸਾਹਿਬ ਦਾ ਨਾਮ ਰਹਿਣਾ, ਜਦ ਤੱਕ ਦਿਨ ਸ਼ਾਮ ਰਹੇਗਾ ਬਾਬਾ ਸਾਹਿਬ ਦਾ ਉਦ ਤੱਕ ਨਾਮ ਰਹੇਗਾ ਦੁਨੀਆ ਤੇ। ਆਪਾਂ ਲਾਈਵ ਕੋਲ ਲੈ ਲਈਏ। ਲਓ ਜੀ, ਹੈਲੋ ਜੀ, ਜੈ ਗੁਰਦੇਵ। ਆਪਣਾ ਟੈਲੀ ਦੀ ਆਵਾਜ਼ ਪਹਿਲਾਂ ਬੰਦ ਕਰ ਲਓ ਤਾਂ ਫਿਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਹੈਲੋ ਜੀ, ਜੈ ਭੀਮ ਜੀ, ਨਮੋ ਬੁਧਾਏ ਜੀ, ਜੈ ਗੁਰਦੇਵ।
ਹਾਂਜੀ ਅੱਜ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ। ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਤੇ ਤੁਸੀਂ ਪ੍ਰੋਗਰਾਮ ਲੈ ਕੇ ਆਈਆਂ ਤਿੰਨਾਂ ਭੈਣਾਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੈਂ ਸ਼ਾਬਾਸ਼ ਦਿੰਦਾ ਕਿ ਅੱਜ ਤੁਸੀਂ ਨਾਰੀ ਸਮਾਜ ਸੁਧਾਰ ਦੀ ਵੀ ਗੱਲ ਕਰ ਰਹੀਆਂ, ਸਭ ਕੁਝ ਕਰ ਰਹੀਆਂ। ਮੈਂ ਵੀ ਚਾਹੁੰਦਾ ਕਿ ਅੱਜ ਦੇ ਦਿਨ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਇੱਕ ਕਵਿਤਾ ਰਾਹੀਂ ਭੇਟ ਕਰਾਂ। ਜ਼ਰੂਰ ਜੀ ਜ਼ਰੂਰ। ਹਾਂਜੀ ਸੋ ਤੇ ਮੈਂ ਕਹਿੰਦਾ ਕਿ ਅੱਜ ਦੇ ਦਿਨ ਤੇ ਮੈਂ ਬਾਬਾ ਸਾਹਿਬ ਨੂੰ ਯਾਦ ਕਰਦੇ ਹਾਂ। ਹਾਂਜੀ ਸਵਾਸਾਂ ਦੀ ਪੂੰਜੀ ਮੁੱਕ ਗਈ, ਖੁੱਲ ਗਿਆ ਮੌਤ ਦਾ ਦਰ। ਹਾਂਜੀ ਅਛੂਤਾਂ ਦਾ ਮਸੀਹਾ ਤੁਰ ਗਿਆ ਭੀਮ ਰਾਓ ਅੰਬੇਡਕਰ। ਸੁੱਤੇ ਪਏ ਦੀ ਰੁਕ ਗਈ ਸਵਾਸਾਂ ਦੀ ਗਤੀ, ਕੋਈ ਨਾ ਕਰ ਸਕਿਆ ਜੋ ਗਿਆ ਉਹ ਕਰ। ਯਾਦ ਰਹੇਗਾ ਸਾਨੂੰ ਮਾਂ ਭੀਮਾ ਦਾ ਜਾਇਆ, ਆਪਣੇ ਤਨ ਤੇ ਦੁਖੜੇ ਸਾਰੀ ਉਮਰ ਗਿਆ ਉਹ ਜਰ। ਅਛੂਤ ਪੰਨ ਦੀ ਜੇਲ੍ਹ ਵਿੱਚ ਸਾਰੀ ਉਮਰ ਗੁਜ਼ਾਰੀ, ਆਖਰ ਬੋਧੀ ਬਣ ਗਿਆ ਭੀਮ ਰਾਓ ਅੰਬੇਡਕਰ। ਸਾਂਭ ਲੈ ਭੀਮ ਦੇ ਸੱਚੇ ਬੋਲਾਂ ਨੂੰ ਉਮਰ ਸਾਰੀ, ਇੱਕ ਦਿਨ ਐਸਾ ਆਏਗਾ ਜਾਏਗਾ ਮੰਜ਼ਿਲ ਚੜ। ਮੁਕਤ ਹੋਵੋਗੇ ਜੇ ਬੁੱਧ ਧਰਮ ਚ ਜਾਓਗੇ, ਸਦੀਆਂ ਤੋਂ ਬੰਦਾ ਮਜਮਾ ਚ ਗਿਆ ਸੀ ਸੜ। ਕਿੰਨਾ ਚਿਰ ਸਾਂਭੋਗੇ ਅਛੂਤੋ ਮਜਬਾਂ ਦੀਆਂ ਪੋਥੀਆਂ, ਮੂਲ ਨਿਵਾਸੀ ਨੂੰ ਸ਼ੂਦਰ ਛੂਤ ਬਣਾ ਪਾਬੰਦੀਆਂ ਨੇ ਥੋਪੀਆਂ। ਮਨੂਵਾਦੀਆਂ ਨੇ ਲਿਖਿਆ ਔਰਤ ਪੈਰ ਦੀ ਜੁੱਤੀ ਵਾਂਗਰਾਂ, ਚਾਰ ਦੀਵਾਰੀ ਚ ਬੰਦ ਕਰ ਭੋਗ ਬਲਾਸ ਲਈ ਰੱਖੀਆਂ। ਮੇਰੀ ਜਾਤ ਕਮੀਨੀ ਪਾਤ ਕਮੀਨੀ ਕਿਹਾ ਗੁਰੂ ਰਵਿਦਾਸ ਨੇ, ਮਨੂ ਸਿਮਰਤੀ ਨੇ ਰਮਾਇਣ ਲਿਖ ਕੀਤਾ ਇਹਨਾਂ ਨੂੰ ਪੱਕੀਆਂ। ਅਛੂਤ ਜ਼ਿੰਦਗੀ ਦਾ ਸਫ਼ਰ ਬਣਾਇਆ ਐਸਾ ਮਨੂ ਨੇ, ਜਿਨ੍ਹਾਂ ਜ਼ਾਲਮਾਂ ਤੇ ਜ਼ੁਲਮ ਦੀਆਂ ਗੱਲਾਂ ਕਹਿਣ ਪੱਖੀਆਂ ਰਹਿਣ ਪੱਖੀਆਂ। ਅਛੂਤੋ ਤੁਸੀਂ ਸੰਸਾਰ ਦਾ ਸਭ ਕੁਝ ਪਾ ਲਵੋਗੇ ਜੇਕਰ ਹਿੰਦੂ ਧਰਮ ਛੋੜੋਗੇ ਪਹਿਚਾਨ ਤਦ ਬਣਨੀ। ਇਹ ਗੱਲਾਂ ਭੀਮ ਨੇ ਤਕਰੀਰਾਂ ਵਿੱਚ ਦੱਸੀਆਂ। ਆਪਣੀਆਂ ਖੁਸ਼ੀਆਂ ਨੂੰ ਪ੍ਰਾਪਤ ਜੇ ਕਰਨਾ, ਹਿੰਦੂ ਧਰਮ ਛੱਡੋ ਬੋਧੀ ਬਣ ਜਾਓ ਸਾਰੇ। ਕਰੀਮਪੁਰੀ ਮੋਹਨ ਨੇ ਆਪਣੇ ਖਿਆਲਾਂ 'ਚ ਇਹ ਸਤਰਾਂ ਲਿਖੀਆਂ। ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ। ਬਹੁਤ ਸੋਹਣੀ ਕਵਿਤਾ ਤੁਸੀਂ ਬੋਲੀ, ਬਹੁਤ ਸੋਹਣੀ ਕਵਿਤਾ ਬੋਲੀ ਹੈ। ਤੇ ਗੁਰਮੀਤ ਜੀ ਤੁਸੀਂ ਬਾਬਾ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਭ ਤੋਂ ਪਹਿਲਾਂ ਮੈਂ ਜੋ ਵੀ ਕਾਂਚੀ ਟੀਵੀ ਨਾਲ ਮੇਰੇ ਵੀਰ ਭੈਣਾਂ ਬਜ਼ੁਰਗ ਮਾਤਾਵਾਂ ਜੁੜੀਆਂ ਹਨ, ਸਭ ਨੂੰ ਮੈਂ ਜੈ ਗੁਰਦੇਵ ਕਹਿੰਦੀ ਹਾਂ, ਹਰ ਹਰ ਵਾਲਮੀਕ ਮਹਾਰਾਜ ਜੀ ਕਹਿੰਦੀ, ਜੈ ਭੀਮ ਜੈ ਭਾਰਤ ਕਹਿੰਦੀ ਹਾਂ। ਤੇ ਅੱਜ ਦਾ ਜੋ ਦਿਨ ਹੈ ਆਪਣੇ ਲਈ ਬਹੁਤ ਹੀ ਮਹੱਤਵਪੂਰਨ ਹੈਗਾ, ਕਿਉਂਕਿ ਦੁਨੀਆ ਤੇ ਬਹੁਤ ਸਾਰੇ ਜੀਵ ਆਉਂਦੇ ਤੇ ਆ ਕੇ ਚਲੇ ਜਾਂਦੇ ਆ। ਤੇ ਜਾਣਾ ਵੀ ਹਰ ਇੱਕ ਨੇ ਹੈਗਾ ਇਸ ਦੁਨੀਆ ਤੋਂ, ਆਪਾਂ ਨੂੰ ਪਤਾ ਹੈ ਜੋ ਵੀ ਜਨਮ ਲੈਂਦਾ ਉਸਨੇ ਜਾਣਾ ਆ। ਪਰ ਕੁਛ ਐਸੇ ਜੀਵ ਹੁੰਦੇ ਹਨ ਜੋ ਕਿ ਦੁਨੀਆ ਦੇ ਵਿੱਚ ਆਪਣਾ ਨਾਂ ਕਮਾ ਕੇ ਜਾਂਦੇ ਆ, ਜਿਸ ਤਰ੍ਹਾਂ ਸਾਡੇ ਗੁਰੂ ਪੀਰ। ਤੇ ਅੱਜ ਦਾ ਜੋ ਦਿਨ ਹੈ ਇਹ ਅਸੀਂ ਭੁੱਲ ਨਹੀਂ ਸਕਦੇ। ਡਾਕਟਰ ਅੰਬੇਦਕਰ ਬਾਬਾ ਸਾਹਿਬ ਜੋ ਕਿ ਅੱਜ ਦੇ ਦਿਨ ਸਾਡੇ ਤੋਂ ਵਿਛੜ ਗਏ ਸੀਗੇ। ਵਿਛੜ ਗਏ ਦਾ ਭਾਵ ਇਹ ਆ ਕਿ ਬੇਸ਼ੱਕ ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ, ਉਹ ਸਾਡੇ ਨਾਲ ਹੈਗੇ ਆ। ਅਸੀਂ ਹਮੇਸ਼ਾ ਉਹਨਾਂ ਨੂੰ ਆਪਣੇ ਨਾਲ ਸਮਝਦੇ ਹਾਂ। ਤੇ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਸ਼ਰਧਾਂਜਲੀ ਭੇਂਟ ਕਰਦੀ ਹਾਂ। ਤੇ ਉਹਨਾਂ ਦੇ ਜੋ ਮਿਸ਼ਨ ਸੀ, ਉਹਨਾਂ ਦੇ ਮਿਸ਼ਨਾਂ ਤੇ ਜਿਹੜਾ ਤਾਂ ਜੀਵ ਚੱਲ ਗਿਆ ਉਹ ਸਮਝੋ ਕਿ ਉਹ ਤਰ ਗਿਆ, ਕਿਉਂਕਿ ਆਪਣੇ ਸਮਾਜ ਨੂੰ ਅੱਗੇ ਲਿਜਾਣ ਲਈ ਉਹਨਾਂ ਨੇ ਆਪਣਾ ਆਪ ਵਾਰ ਦਿੱਤਾ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਹੀ ਸਮਾਜ ਲਈ, ਕੌਮ ਲਈ ਤੇ ਸੰਸਾਰ ਲਈ ਉਹਨਾਂ ਨੇ ਲਾ ਦਿੱਤੀ। ਉਹਨਾਂ ਨੇ ਆਪਣੀਆਂ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਇੰਨੀਆਂ ਸਹੀਆਂ ਕਿ ਕਈਆਂ ਨੂੰ ਕੁਝ ਪਤਾ ਹੈ ਤੇ ਕਈਆਂ ਨੂੰ ਨਹੀਂ ਪਤਾ। ਕਿਉਂਕਿ ਜਦੋਂ ਲਾਈਵ ਕੋਲ ਲੈ ਲਓ ਪਹਿਲਾਂ, ਫਿਰ ਜੈ ਗੁਰਦੇਵ ਜੈ ਭੀਮ। ਹੈਲੋ, ਜੈ ਗੁਰਦੇਵ ਜੈ ਭੀਮ ਜੀ। ਤਿੰਨੋਂ ਮਾਸੀਆਂ ਨੂੰ। ਹਾਂਜੀ ਵੀਰ ਜੀ, ਕੌਣ ਬੋਲਦੇ? ਗਗਨ ਬੋਲ ਰਿਹਾ ਜੀ, ਕਵੈਂਟਰੀ ਤੋਂ। ਅੱਛਾ ਜੀ, ਹਾਂ ਗਗਨ ਜੀ, ਕੀ ਕਹਿਣਾ ਚਾਹੁੰਦੇ ਅੱਜ? ਸਭ ਤੋਂ ਪਹਿਲਾਂ ਤਾਂ ਜੀ ਅੱਛਾ ਤਿੰਨੇ ਮਾਸੀਆਂ ਮਹਾਰਾਜ ਸਾਡੇ ਆਪਣੇ ਨਾ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਤੇ ਸ਼ਰਧਾ ਦੇ ਫੁੱਲ ਆਪਾਂ ਨੂੰ ਭੇਂਟ ਕਰਦੇ ਆ। ਥੈਂਕ ਯੂ। ਦੇਖੋ ਸਿੰਪਲ ਜੀ ਗੱਲ ਇਹ ਕਹੀਏ ਕਿ ਜਿਹੜਾ ਉਹਨਾਂ ਨੇ ਸਾਨੂੰ ਨਾ ਇੱਕ ਤਰੀਕਾ ਦਿੱਤਾ, ਬਹੁਤ ਵਧੀਆ ਦਿੱਤਾ ਸੀ ਕਿ ਪੜ੍ਹੋ ਸਾਰੇ ਜਣੇ।
ਆਪਾਂ ਜ਼ੋਰ ਲਾ ਦਈਏ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਪੜ੍ਹਾਉਣ ਦੇ ਲਈ। ਹਾਂਜੀ ਬਿਲਕੁਲ। ਜੇ ਪੜੋਗੇ ਤਾਂ ਤਰ ਜਾਓਗੇ। ਬਿਲਕੁਲ। ਤੇ ਜੇ ਤੁਸੀਂ ਵਹਿਮ ਭਰਮਾਂ 'ਚ ਹਜੇ ਫਸੇ ਰਹੇ, ਜੇ ਹਜੇ ਵੀ ਪੰਗਿਆਂ 'ਚ ਫਸੇ ਰਹੇ ਤਾਂ ਫਿਰ ਦੇ ਰਹਿਣਾ ਸਾਰੀ ਉਮਰ। ਹਾਂਜੀ। ਪੜ੍ਹਾਈ ਅਸੀਂ ਕੀਤੀ ਆ ਤਾਂ ਗੱਲ ਕਰਦੇ ਕਿ ਪੜ੍ਹਾਈ ਦੇ ਬਹੁਤ ਫਾਇਦੇ ਆ। ਬਹੁਤ ਫਾਇਦੇ ਆ। ਔਰ ਪੜ੍ਹਾਈ ਤੁਹਾਨੂੰ ਸਿਰ ਚੱਕ ਕੇ ਜੀਣਾ ਸਿਖਾਉਂਦੀ ਆ। ਹਾਂਜੀ। ਬਾਬਾ ਸਾਹਿਬ ਦਾ ਨਾਂ ਅੱਜ ਤੱਕ ਤਾਂ ਹੀ ਆ ਕਿ ਉਹਨੇ ਪੜ੍ਹਾਈ ਪਹਿਲਾਂ ਕੀਤੀ, ਫਿਰ ਉਹਨੇ ਆਪਣੇ ਸਮਾਜ ਲਈ ਕਾਰਜ ਕੀਤੇ। ਸਮਾਜ ਦਾ ਦਰਦ ਸਾਰਿਆਂ ਨੂੰ ਹੋਣਾ ਚਾਹੀਦਾ ਵੀ ਆ। ਹਾਂਜੀ। ਔਰ ਇਹ ਜੇ ਸਮਾਜ ਵਿੱਚ ਅਸੀਂ ਜੰਮੇ ਆ, ਜੇ ਉਹਦੇ ਲਈ ਅਸੀਂ ਦਰਦ ਨਹੀਂ ਰੱਖਿਆ ਤਾਂ ਸਾਡੇ ਜੀਣ ਦਾ ਕੋਈ ਹੱਕ ਨਹੀਂ ਹੈ। ਬਿਲਕੁਲ। ਹਾਂਜੀ। ਸੋ ਇਹਨਾਂ ਕਹਿੰਦਾ ਹੋਇਆ ਮੈਂ ਬਾਬਾ ਸਾਹਿਬ ਨੂੰ ਬਹੁਤ ਬਹੁਤ ਸ਼ਰਧਾਂਜਲੀ ਭੇਟ ਕਰਦਾ। ਮਾਤਾ ਹੋਣੀ, ਮੇਰੇ ਮੰਮੀ ਹੋਣੀ ਇੱਕ ਕਵਿਤਾ ਪੜ੍ਹਨੀ ਆ। ਹਾਂਜੀ। ਉਹਨਾਂ ਦੀ ਕਵਿਤਾ ਇੱਕ ਵਾਰੀ ਸੁਣ ਲਓ। ਅੱਛਾ ਜੀ, ਪਹਿਲਾਂ ਵੀ ਸੁਣਾਤੇ ਆ ਗਗਨ ਜੀ, ਪਹਿਲਾਂ ਵੀ ਉਹਨਾਂ ਦੀ ਕਵਿਤਾ ਸੁਣੀ ਆ ਤੇ ਹੋਰ ਵੀ ਉਹਨਾਂ ਦੀ ਥੈਂਕ ਯੂ ਰਾਜੀ ਰਹਿ, ਤੂੰ ਆਪਣੀ ਸਿਹਤ ਤੇ ਠੀਕ ਹੋਵੇ ਤਾਂ ਸਮਾਜ ਦਾ ਕੰਮ ਕਰ। ਥੈਂਕ ਯੂ ਗਗਨ ਜੀ, ਤੁਸੀਂ ਬਹੁਤ ਥੈਂਕ ਯੂ। ਹਾਂਜੀ। ਉਹਦੀ ਮੰਮੀ ਲੱਗੀ ਆ ਚੰਗਾ ਕੀਤਾ ਅੱਜ ਨਾਲ ਤੀਜੀ ਭੈਣ ਦੀ ਲੈ ਆਂਦੀ। ਹਾਂਜੀ ਹਾਂਜੀ ਕੋਈ ਨਹੀਂ। ਹਾਂਜੀ ਅੱਜ ਕੀ ਕਵਿਤਾ ਬੋਲਣੀ ਤੁਸੀਂ? ਹਾਂਜੀ ਬੋਲੋ, ਛੋਟੀ ਰੱਖਿਓ। ਅੱਜ ਪ੍ਰੀ ਨਿਰਮਾਣ ਤੇ ਬਹੁਤ ਫੁੱਲ ਸਾਦਾ ਦੇ ਭੇਂਟ ਕਰਦੇ ਆ। ਅੱਛਾ ਜੀ। ਤੇ ਅੱਜ ਮੈਂ ਕਿਹਾ ਮੈਂ ਵੀ ਭੈਣ ਦੀ ਆਈ ਆ ਤਾਂ ਮੈਂ ਵੀ ਇੱਕ ਕਵਿਤਾ ਤੁਹਾਨੂੰ ਸੁਣਾਉਂਦੀ। ਚਲੋ ਬੋਲੋ ਕਵਿਤਾ ਤੁਸੀਂ। ਉੱਠ ਵੀਰਾ ਤੂੰ ਫਰਜ਼ ਪਛਾਣ ਕੇ, ਹੱਕ ਤੇ ਲੜੇ ਸੀ ਬਾਬਾ ਸਾਹਿਬ ਹਿੱਕ ਤਾਣ ਕੇ। ਹਾਂਜੀ। ਤਨ ਮਨ ਧਨ ਉਹਨਾਂ ਸਾਰਾ ਵਾਰਿਆ, ਹੱਕ ਤੇ ਲੜਾਂਗੇ ਨਾਲ ਲਲਕਾਰਿਆ। ਕਿਆ ਉਹਨਾਂ ਦੇ ਨਿਸ਼ਾਨੇ ਤੇ ਅਸੀਂ ਆਉਣਾ ਏ। ਹਾਂਜੀ। ਕੀਤੀਆਂ ਵਿਚਾਰਾਂ ਤੇ ਅਮਲ ਪਾਉਣਾ ਏ। ਰੱਖ ਗਏ ਨੇ ਦੁੱਧ ਵਿੱਚੋਂ ਪਾਣੀ ਛਾਣ ਕੇ, ਸੌਣ ਦਾ ਨੇ ਟਾਈਮ ਲੰਮੀਆਂ ਤਾਣ ਕੇ। ਭੇਡਾਂ ਵਿੱਚ ਜਿਹੜੇ ਬਗਿਆੜ ਫਿਰਦੇ, ਹਾਂਜੀ। ਜ਼ੁਲਮ ਕਮਾਉਂਦੇ ਪਾੜ ਸੁੱਤੇ ਹਿਰਦੇ। ਮਾਰ ਸ਼ੇਰਾ ਬੁੱਬ ਸ਼ਾਹ ਅਸਮਾਨ ਚਾੜਦੇ, ਬਣ ਕੇ ਪਹਾੜ ਉਹ ਤੂਫਾਨ ਪਾੜਦੇ। ਸ਼ੇਰਾ ਮੋਰੇ ਨਿਡਰ ਕਦੇ ਨਾ ਅੜਦੇ, ਤੀਰ ਅੱਗੇ ਕਾਗ ਅਸਮਾਨ ਚੜਦੇ। ਦੱਸ ਦਈਏ ਜਾਨਮਾਂ ਨੂੰ ਗੱਲ ਖੋਲ ਕੇ, ਰੁੱਖ ਲਹਿਰਾਉਣਾ ਕੌਮੀ ਖੂਨ ਡੋਲ ਕੇ। ਝੰਡਾ ਵੀ ਬਗਾਵਤ ਦਾ ਹੱਥ ਫੜ ਕੇ, ਹੱਕ ਲੈਣੇ ਪੈਣੇ ਸਾਨੂੰ ਲੜ ਲੜ ਕੇ। ਸੌਣ ਦੀਆਂ ਝੜੀਆਂ ਦੇ ਵਾਂਗ ਵਸਣਾ, ਜ਼ੁਲਮਾਂ ਦਾ ਰੁੱਖ ਮੁੱਢ ਤੋਂ ਹੈ ਪੁੱਟਣਾ। ਅਤਿਆਚਾਰ ਹੁੰਦੇ ਸਭ ਰੋਕਣੇ, ਜ਼ਾਲਮਾਂ ਦੇ ਆਪਾਂ ਰਸਤੇ ਨੇ ਰੋਕਣੇ। ਜਿੰਦ ਜਾਨ ਅਸੀਂ ਕੁਰਬਾਨ ਕਰਾਂਗੇ, ਦੁੱਧ ਵਿੱਚ ਵੱਖ ਪਾਣੀ ਛਾਣ ਕਰਾਂਗੇ। ਬਾਬਾ ਸਾਹਿਬ ਦਾ ਹੈ ਕਹਿਣਾ, ਰਹਿਣਾ ਸ਼ੇਰ ਬਣ ਕੇ, ਹੋਣੀ ਮੋਰੇ ਖੜ ਜਾਣਾ ਬਣ ਠਣ ਕੇ। ਮੌਤ ਕੋਲ ਡਰ ਕੇ ਕਦੀ ਨਹੀਂ ਕੰਬਣਾ, ਮੁੜ ਕੇ ਨਾ ਜੱਗ ਤੇ ਦੁਬਾਰਾ ਜੰਮਣਾ। ਸੱਚੋ ਸੱਚ ਬੀਰਕਾਂ ਦੇ ਪਾਲੀ ਦੱਸਿਆ, ਜਿਹਦੇ ਦਿਲ ਵਿੱਚ ਕੌਮੀ ਪਿਆਰ ਵਸਿਆ। ਧੰਨ ਧੰਨ ਵੀਰੋ ਕੁਰਬਾਨੀ ਉਹਨਾਂ ਦੀ, ਜੱਗ ਉੱਤੇ ਰਹਿ ਜਾਂਦੀ ਨਿਸ਼ਾਨੀ ਉਹਨਾਂ ਦੀ। ਜੈ ਗੁਰਦੇਵ ਜੈ ਭੀਮ ਜੀ। ਇਹ ਭੈਣ ਜੀ ਮੇਰੀ ਕਵਿਤਾ ਸੀ। ਥੈਂਕ ਯੂ ਥੈਂਕ ਯੂ। ਤੇ ਆਪਾਂ ਸਾਰਿਆਂ ਦੀ ਅੱਜ ਕੁੱਲ ਲੈਣੀ ਹੈ ਤੇ ਜਰਾ ਛੋਟੇ ਰੱਖਣਾ ਹੈ ਤੇ ਥੈਂਕ ਯੂ ਤੁਸੀਂ। ਹਾਂਜੀ ਛੋਟੀ ਕੋਲ ਹੁਣ ਸਾਰੇ ਫਿਰ ਹਿੱਸਾ ਪਾ ਸਕਦੇ ਆ। ਜਿੱਥੋਂ ਮੈਂ ਕਹਿ ਰਹੀ ਸੀਗੀ ਕਿ ਬਹੁਤ ਵਧੀਆ ਕਵਿਤਾ ਬੋਲੀ ਹੈ। ਡਾਕਟਰ ਅੰਬੇਦਕਰ ਜੀ ਜਦੋਂ ਬਚਪਨ ਤੋਂ ਹੀ ਬਹੁਤ ਬੁੱਧੀਮਾਨ ਸੀਗੇ ਤੇ ਉਹਨਾਂ ਨੂੰ ਆਪਣੇ ਦੇਸ਼ ਦੇ ਨਾਲ ਆਪਣੇ ਸਮਾਜ ਦੇ ਨਾਲ ਬਹੁਤ ਹਿੱਤ ਸੀਗਾ ਉਸ ਵੇਲੇ ਵੀ, ਹੈ ਨਾ। ਉਹਨਾਂ ਨੇ ਦੇਖੋ ਕਿ ਕਿੰਨੀ ਕਠਿਨਾਈਆਂ ਦੇ ਨਾਲ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਕੀਤੀ, ਕਿੱਥੇ ਕਿੱਥੇ ਬਾਹਰ ਆ ਕੇ ਦੇਖੋ ਉਹਨਾਂ ਨੇ ਅਮਰੀਕਾ ਦੇ ਵਿੱਚ ਕੋਲੰਬੀਆ ਦੇ ਵਿੱਚ ਉਹਨਾਂ ਨੇ ਆਪਣੀ ਸਾਇੰਸ ਦੀ ਜੋ ਸੀਗੀ ਡਿਗਰੀ ਉਹਨਾਂ ਨੇ ਉਹ ਪਾਸ ਕੀਤੀ ਲਈ ਉੱਥੋਂ। ਫਿਰ ਉਹਨਾਂ ਨੇ ਉਸ ਵੇਲੇ ਦੇ ਹਾਲਾਤ ਇੰਨੇ ਸੀਗੇ ਕਿ ਘਰ ਦੇ ਹਾਲਾਤ ਹੀ ਇੰਨੇ ਮਾੜੇ ਸੀਗੇ ਕਿ ਉਹ ਆਪਣਾ ਆਪ ਚੱਕਣ ਮਸਾਂ ਚੱਕ ਸੇ ਸੀ। ਪਰ ਮੈਂ ਕਹਿੰਨੀ ਵੀ ਕੁਰਬਾਨੀ ਉਹਨਾਂ ਦੀ ਵਾਈਫ ਦੀ, ਉਹਨਾਂ ਦੀ ਜੋ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਉਹਦਾ ਇੰਨਾ ਸਾਥ ਦਿੱਤਾ। ਦੇਖੋ ਆਪ ਕਿੰਨਾ ਨਾ ਉਹਨਾਂ ਨੇ ਹਾਰਡ ਵਰਕ ਕੀਤਾ, ਆਪਣੇ ਬੱਚਿਆਂ ਨੂੰ ਵੀ ਸੰਭਿਆ, ਫਿਰ ਮਾਤਾ ਪਿਤਾ ਉਹਨਾਂ ਦੀ ਵੀ ਸੇਵਾ ਕੀਤੀ ਤੇ ਆਪਣੇ ਪਤੀ ਦਾ ਉਹਨਾਂ ਨੇ ਇੰਨਾ ਸਾਥ ਦਿੱਤਾ। ਉਹ ਕਹਿੰਦੇ ਸੀ ਕਿ ਜੇ ਕਰ ਇਹ ਮੇਰੇ ਬੱਚੇ ਆ, ਜੇ ਇਹਨਾਂ ਵਿੱਚੋਂ ਕੋਈ ਚਲਾ ਵੀ ਗਿਆ ਜਾਂ ਉਹ ਰੋਂਦੇ ਆ ਤਾਂ ਕਹਿੰਦੇ ਬਾਕੀ ਸੰਸਾਰ ਦੇ ਬੱਚੇ ਕਿੰਨੇ ਉਹ ਕਿੱਦਾਂ ਰੋਂਦੇ ਆ, ਉਹ ਵੀ ਮੇਰੇ ਬੱਚੇ ਆ। ਉਹਨਾਂ ਨੇ ਆਪਣਾ ਨਹੀਂ ਕੁਛ ਸੋਚਿਆ, ਉਹਨਾਂ ਕਿ ਜਿਹੜੇ ਸੰਸਾਰ ਦੇ ਬੱਚੇ ਆ, ਜਿੱਦਾਂ ਗਰੀਬ ਆ, ਜੋ ਇਸ ਵਰਗ ਦੇ ਆ, ਮੈਂ ਕਹਿੰਦੀ ਕਿ ਉਹਨਾਂ ਲਈ ਤੁਸੀਂ ਉਹ ਆਪਣਾ ਮਿਸ਼ਨ ਹੈ ਜਿਹੜਾ ਪੂਰਾ ਕਰਕੇ ਆਓ। ਤੇ ਉਹ ਫਿਰ ਤੁਹਾਨੂੰ ਪਤਾ ਵੀ ਡਾਕਟਰ ਅੰਬੇਦਕਰ ਬਾਬਾ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਉਹ ਏਡੀ ਛੇਤੀ ਦੱਸੀਆਂ ਵੀ ਨਹੀਂ ਜਾ ਸਕਦੀਆਂ। ਤੇ ਜਦੋਂ
ਜਦੋਂ ਉਹਨਾਂ ਦਾ ਅੰਤ ਸਮਾਂ ਆ ਗਿਆ ਜਾਂ ਆਉਣ ਵਾਲਾ ਸੀ, ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਸੀਗਾ। ਸੰਦੇਸ਼ ਤਾਂ ਬਹੁਤ ਸਾਰੇ ਦਿੱਤੇ ਆ, ਉਹਨਾਂ ਨੇ ਸੰਦੇਸ਼ ਇੱਕ ਇਹ ਦਿੱਤਾ ਸੀਗਾ, ਇੱਕੋ ਮਿਸ਼ਨ ਜਨੂਨ ਮੇਰਾ ਨਾ ਜਾਤੀਵਾਦ ਰਹੇ, ਟੁੱਟ ਜਾਵਣ ਹੱਦਬੰਦੀਆਂ ਭਾਰਤ ਜਿੰਦਾਬਾਦ ਰਹੇ। ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਇਹਨਾਂ 2 ਲਾਈਨਾਂ ਦੇ ਵਿੱਚ। ਜੇਕਰ ਆਪਾਂ ਇਹਨਾਂ ਨੂੰ ਧਿਆਨ ਨਾਲ ਪੜ੍ਹੀਏ, ਸੁਣੀਏ ਜਾਂ ਇਹਦੇ ਤੇ ਵਿਚਾਰ ਕਰੀਏ, ਕਿਉਂਕਿ ਉਹਨਾਂ ਦੇ ਮਨ ਦੀ ਇੱਕੋ ਹੀ ਚਿੰਤਾ ਸੀ ਕਿ ਮੇਰਾ ਜਿਹੜਾ ਸਮਾਜ ਆ ਇਹ ਪੜ੍ਹ ਲਿਖ ਜਾਵੇ, ਪੜ੍ਹ ਲਿਖ ਕੇ ਇਹ ਅੱਗੇ ਵਧੇ। ਤੇ ਦੂਜੀ ਉਹਨਾਂ ਨੂੰ ਚਿੰਤਾ ਇੱਕ ਇਹ ਵੀ ਖਾਈ ਜਾਂਦੀ ਸੀ ਕਿ ਕਹਿੰਦੇ ਜੇ ਮੇਰੇ ਸਮਾਜ ਦੇ ਲੋਕ, ਕੁਝ ਲੋਕ ਪੜ੍ਹ ਜਾਂਦੇ ਆ ਤੇ ਪੜ੍ਹ ਕੇ ਉਹ ਆਪਣੇ ਤੱਕ ਹੀ ਸੀਮਤ ਰਹਿੰਦੇ ਆ। ਸਹੀ ਗੱਲ ਹੈ, ਅੱਜ ਵੀ ਹੈਗੀ ਆ ਇਹ ਗੱਲ। ਲਓ ਜੀ, ਹੈਲੋ ਜੀ, ਜੈ ਗੁਰਦੇਵ। ਹੈਲੋ ਜੈ ਗੁਰਦੇਵ, ਨਮੋ ਬੁਦਾਈ, ਜੈ ਭੀਮ। ਜੈ ਭੀਮ ਜੀ। ਹਾਂਜੀ, ਮੈਂ ਖੁਸ਼ਵਿੰਦਰ ਬਿੱਲਾ ਬੋਲਦਾ ਹਾਂ ਤੇ ਪ੍ਰੋਗਰਾਮ ਤੁਹਾਡਾ ਦੇਖ ਰਿਹਾ ਸੀ। ਅੱਜ ਕੰਮ ਤੇ ਸੀਗੇ ਤਾਂ ਹੁਣੇ ਮੈਂ ਲਾਇਆ। ਥੈਂਕ ਯੂ ਤਾਂ ਬੜੀ ਖੁਸ਼ੀ ਹੋਈ ਤੁਸੀਂ ਅੱਜ ਬਾਬਾ ਸਾਹਿਬ ਨੂੰ ਟੈਲੀ ਤੇ ਯਾਦ ਕਰ ਰਹੇ ਹੋ। ਉਹਨਾਂ ਦੀ ਕੁਰਬਾਨੀ ਜਿਹੜੀ ਉਹਦੀ ਕੋਈ ਆਪਾਂ ਕਿਉਂ ਨਹੀਂ ਕਰਨਾ ਖੁਸ਼ਵਿੰਦਰ ਜੀ, ਸਾਨੂੰ ਜੋ ਉਹਨਾਂ ਨੇ ਸਨਮਾਨਤਾ ਸਿਰ ਦਾ ਤਾਜ ਬਣਾਇਆ ਔਰਤਾਂ ਨੂੰ, ਤੇ ਕਿਉਂ ਨਹੀਂ ਅਸੀਂ ਤਾਂ ਉਹਨਾਂ ਦੀ ਬਦੌਲਤ ਹੀ ਅੱਜ ਕੁਰਸੀਆਂ ਤੇ ਬੈਠੀਆਂ ਆ, ਜਿੱਦਾਂ ਕਹਿੰਦੇ ਹੋ ਨਾ। ਹਾਂਜੀ, ਮੈਂ ਸਪੈਸ਼ਲੀ ਕਾਲ ਇਸ ਕਰਕੇ ਵੀ ਕੀਤੀ ਹੈਗੀ ਆ ਕਿਉਂਕਿ ਜਿਹੜਾ ਸਾਡੇ ਇੱਥੇ ਵੁਲਵਰਹੈਂਪਟਨ ਜਾਂ ਹੋਰ ਟੈਲੀ ਵੀ ਚੱਲਦਾ ਹੈਗਾ, ਕਈ ਵਾਰੀ ਸਾਨੂੰ ਆਪਣੇ ਘਰਾਂ ਦੇ ਵਿੱਚ ਮੌਕਾ ਨਹੀਂ ਮਿਲਦਾ ਗੱਲ ਕਰਨ ਦਾ। ਹਾਂਜੀ, ਕਰੋ ਜੀ। ਇਹ ਆਪਣੇ ਘਰ ਦੀ ਸਟੋਰੀ ਹੋ ਚੁੱਕੀ ਹੈ ਕਿਉਂਕਿ ਜਿਹੜਾ ਲੋਕਲ ਸਾਡੇ ਹੈਗਾ ਉਹ ਸੀਨੀਅਰ ਸਿਟੀਜ਼ਨਾਂ ਤੇ ਸੀਨੀਅਰ ਮੈਂਬਰਾਂ ਤੇ ਸੀਮਤ ਹੋ ਕੇ ਰਹਿ ਗਿਆ। ਸੋ ਇਸ ਕਰਕੇ ਮੈਂ ਕੋਈ ਨਾ ਕਾਂਜੀ ਟੀਵੀ ਤੇ ਆਪਣਾ ਟੈਲੀਵਿਜ਼ਨ ਖੋਲ ਕੇ ਗੱਲ ਤੁਹਾਡਾ ਇਹ ਵੀ ਘਰ ਆ ਤੇ ਇਹ ਵੀ ਕਾਂਜੀ ਟੀਵੀ ਕੋਲ ਆਪਣੇ ਸਾਰੀ ਖੋਲ ਕੇ ਗੱਲ ਕਰੋ, ਜਦੋਂ ਮਰਜ਼ੀ ਕਰੋ, ਜਦੋਂ ਮਰਜ਼ੀ ਆਓ। ਹਾਂਜੀ, ਤਾਂ ਮੈਂ ਸੋਚਿਆ ਵੀ ਚਲੋ ਅੱਜ ਸਾਡੇ ਤਿੰਨੇ ਬਹੁਤ ਵਧੀਆ ਤੁਸੀਂ ਤਿੰਨੇ ਹੀ ਪ੍ਰੈਜੈਂਟਰ ਹੈਗੇ ਆ। ਆਪਣੇ ਸੱਤਿਆ ਰਤੂ ਜੀ ਵੀ ਗਏ ਆ, ਬੜੀ ਖੁਸ਼ੀ ਹੋਈ ਆ। ਹਾਂਜੀ, ਹਰ ਬੰਦਾ ਪ੍ਰਾਇੋਰਟੀ ਪਹਿਲਾਂ ਘਰ ਨੂੰ ਦਿੰਦਾ, ਜਦੋਂ ਫਿਰ ਕਦੇ ਮੌਕਾ ਨਹੀਂ ਮਿਲਦਾ ਫੇਰ ਹੀ ਬੰਦਾ ਜਾਂਦਾ ਹੈਗਾ। ਇਹ ਤੁਹਾਡਾ ਚੈਨਲ ਆਪਣਾ ਆ, ਜਦੋਂ ਮਰਜ਼ੀ ਹੈ ਨਾ, ਇਹ ਵੀ ਤੁਹਾਡਾ ਘਰ ਹੈ। ਮੈਨੂੰ ਤਾਂ ਕਹਿੰਦੇ ਆਵੋ ਟਾਈਮ ਲਾਓ, ਗੱਲ ਸੁਣੀ ਆਪਾਂ ਫਿਰ ਸਾਰਿਆਂ ਦੀਆਂ ਕੋਲਾਂ ਲੈਣੀਆਂ ਹੋਰ ਵੀ। ਹਾਂਜੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ। ਮੈਂ ਤੁਹਾਨੂੰ ਇਹ ਕਹਿਣਾ ਵੀ ਅੱਜ ਦੇ ਦਿਨ ਤੇ ਬਹੁਤ ਹਾਂਜੀ ਸ਼ਰਧਾ ਦੇ ਫੁੱਲ ਭੇਟ ਕਰਦੇ ਬਾਬਾ ਸਾਹਿਬ ਨੂੰ। ਥੈਂਕ ਯੂ ਜੀ। ਔਰ ਸਾਨੂੰ ਜਿਹੜੀਆਂ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਹੈਗੀਆਂ ਉਹ ਸਾਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਸਾਨੂੰ ਧਾਰਨ ਕਰਨੀਆਂ ਪੈਣੀਆਂ। ਅੱਛਾ ਜੀ। ਔਰ ਜੇ ਆਪਾਂ ਉਹ ਧਾਰਨ ਨਹੀਂ ਕਰਦੇ ਤਾਂ ਜੋ ਭਾਰਤ ਦੇ ਵਿੱਚ ਸਥਿਤੀ ਅੱਜ ਹੋ ਗਈ ਹੈਗੀ ਆ, ਵਨ ਬਾਏ ਵਨ ਜਿਹੜੀ ਸਭ ਦੀ ਵਾਰੀ ਆ ਗਈ ਹੈਗੀ ਆ ਔਰ ਆ ਰਹੀ ਹੈਗੀ ਆ। ਔਰ ਬਹੁਤ ਅੱਛੀ ਗੱਲ ਇਹ ਹੈਗੀ ਆ ਵੀ ਜਿਹੜਾ ਕਾਂਚੀ ਟੀਵੀ ਦੇ ਥਰੂ ਤੁਸੀਂ ਅਵੇਅਰਨੈਸ ਪੈਦਾ ਕਰਦੇ ਰਹਿੰਦੇ ਟਾਈਮ ਬਾਏ ਟਾਈਮ, ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹੈਗਾ। ਸੋ ਸੱਤਿਆ ਰਤੂ ਜੀ ਨੂੰ ਵੀ ਅੱਜ ਟੈਲੀ ਤੇ ਬਹੁਤ ਚਿਹਰਵਾ ਦੇਖਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਤਾਂ ਸਾਰੇ ਤਿੰਨਾਂ ਪ੍ਰੈਜੈਂਟਰਾਂ ਦਾ ਬਹੁਤ ਧੰਨਵਾਦ ਜੀ, ਇਹ ਪ੍ਰੋਗਰਾਮ ਲਿਆ। ਥੈਂਕ ਯੂ। ਜੈ ਭੀਮ। ਓਕੇ ਜੀ, ਦੇਖੋ ਸਾਡੇ ਨਾ ਹਾਂਜੀ ਤੇ ਪਤਾ ਕੀ ਹੈ, ਮੈਂ ਕਮੈਂਟ ਕਰ ਵੀ ਮੈਸੇਜ ਆ ਕਿ ਜੋ ਕਾਂਚੀ ਟੀਵੀ ਆ ਉਹ ਸਾਰੇ ਹੀ ਸਮਾਜ ਦਾ, ਸਾਰਿਆਂ ਹੀ ਧਰਮਾਂ ਦਾ, ਅਸੀਂ ਕਿਸੇ ਨੂੰ ਵੀ ਕਦੀ ਇਨਕਾਰ ਨਹੀਂ ਕੀਤਾ। ਇਸ ਤਰ੍ਹਾਂ ਕਦੀ ਸੋਚਣਾ ਨਹੀਂ ਕਿ ਜੋ ਵੁਲਵਰਹੈਂਪਟਨ ਵਿੱਚ ਜਾਂ ਬਰਮਿੰਘਮ ਜਾਂ ਲੰਡਨ ਚੱਲਦਾ ਹੈ ਟੈਲੀਵਿਜ਼ਨ, ਕਾਂਚੀ ਟੀਵੀ ਜਿੱਥੇ ਵੀ ਚੱਲਦਾ ਤੁਸੀਂ ਉੱਥੇ ਪ੍ਰੋਗਰਾਮ ਦੇ ਸਕਦੇ। ਨਹੀਂ ਤਾਂ ਨਹੀਂ ਟਾਈਮ, ਇੱਥੇ 24 ਆਵਰ ਜਦੋਂ ਵੀ ਤੁਸੀਂ ਟਾਈਮ ਲੈਣਾ ਚਾਹੁੰਦੇ ਆ ਇੱਥੇ ਆਣ ਕੇ ਟਾਈਮ ਲਓ। ਇੱਥੇ ਆਣ ਕੇ ਬਾਬਾ ਸਾਹਿਬ ਦੀ ਸੋਚ 'ਤੇ ਜੋ ਵੀ ਵਿਚਾਰ ਕਰਨੀ ਆ, ਗੱਲਬਾਤ ਕਰ ਸਕਦੇ ਆ। ਤੁਹਾਨੂੰ ਟਾਈਮ ਦਿੱਤਾ ਜਾਊਗਾ। ਗੁਰੂ ਰਵਿਦਾਸ ਮਹਾਰਾਜ ਦੀ ਸੋਚ 'ਤੇ, ਭਗਵਾਨ ਵਾਲਮੀਕ ਮਹਾਰਾਜ ਦੀ ਵਿਚਾਰਧਾਰਾ ਤੇ ਜਿਹਨੇ ਵੀ ਗੱਲ ਕਰਨੀ ਆ ਤੇ ਤੁਹਾਨੂੰ ਤਾਂ ਅਸੀਂ ਸੱਦਾ ਦਿੰਦੇ ਆ, ਖੁੱਲਾ ਸੱਦਾ ਦਿੰਦੇ ਆ ਜਿੱਤ ਕੋ। ਤੇ ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹਾਂਜੀ ਭੋਲੀ ਜੀ, ਜੈ ਗੁਰਦੇਵ ਜੀ। ਮੈਂ ਪਿਆਲਾ ਬੰਗੜ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਵੀਰ ਜੀ? ਅੱਜ ਜਿੰਨਾ ਭੈਣਾਂ ਨੂੰ ਮੇਰੀ ਪਿਆਰ ਭਰੀ ਜੈ ਗੁਰਦੇਵ ਬੇਟੀ ਆ, ਕਮਾਲ ਦੀ ਬਾਤ ਹੈ ਕਿ ਉਹਨਾਂ ਨੇ ਆਪਣੀ ਕਵਿਤਾ ਵੀ ਬੋਲੀ ਆ। ਹਾਂਜੀ, ਕਿਉਂਕਿ ਸਿਰਫ ਬਾਬਾ ਸਾਹਿਬ ਦੀ ਬਦੌਲਤ ਹੀ ਹੈ ਤੁਸੀਂ ਤਿੰਨੇ ਭੈਣਾਂ ਇੱਥੇ ਬੈਠੀਆਂ। ਜਿਹੜਾ ਹਿੰਦੂ ਸਮਾਜ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਔਰਤ ਦੀ ਉਹਨੇ ਕੀ ਉੱਥੇ ਪੋਜੀਸ਼ਨ ਦਿੱਤੀ ਹੋਈ ਆ। ਹਾਂਜੀ, ਬਿਲਕੁਲ ਤੁਸੀਂ ਸਭ ਪੋਜੀਸ਼ਨਾਂ ਤੋੜ ਕੇ ਉੱਪਰ ਚਲੇ ਗਈਆਂ। ਹਾਂਜੀ, ਤੁਹਾਨੂੰ ਮੁਬਾਰਕਬਾਦ ਦਿੰਦੇ ਆ ਤਿੰਨਾਂ ਨੂੰ ਹੀ। ਔਰ ਅੱਜ ਪ੍ਰੀ ਨਿਰਵਾਣ ਦਿਵਸ ਤੇ ਮੈਂ 2 ਲਾਈਨਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ। ਤੁਹਾਨੂੰ ਪਤਾ ਕਿ ਆਪਣੀ ਕਿਤਾਬ ਦੇ ਵਿੱਚ ਮੈਂ ਉਹਨਾਂ ਦੀਆਂ 20 ਕਵਿਤਾਵਾਂ ਲਿਖੀ ਹੋਈਆਂ। ਮੇਰੀ ਕਿਤਾਬ ਜਿਹੜੀ ਅਣਖੀ ਪਰਵਾਨੇ ਕਾਬ ਨਜ਼ਾਨੇ ਉਹ ਚ ਪੜਿਓ। ਸੋ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਚੁੱਕ ਕੇ ਮੈਂ ਸਲਾਮ ਕਰਦਾ ਆ। ਕਾਹਦੇ ਕਰਦਾ ਆ? ਸੁਣਨਾ ਕਿ ਬਾਬਾ ਸਾਹਿਬ ਭਾਰਤ ਰਤਨ ਭੀਮ ਰਾਓ ਅੰਬੇਡਕਰ ਜੀ ਸੀ ਇੱਕ ਗਿਆਨ ਦਾ ਕ੍ਰਿਸ਼ਮਾ।
ਦੁਨੀਆ ਨੂੰ ਚਾਨਣ ਦੇ ਰਾਹ ਪਾ ਗਿਆ। ਦੇਖੋ ਤੁਹਾਨੂੰ ਵੀ ਮੈਨੂੰ ਵੀ ਸਾਰੀ ਦੁਨੀਆ ਨੂੰ ਇੱਕ ਲਈ ਨਹੀਂ ਉਹਨੇ ਕੀਤਾ, ਸਾਡੀ ਕੌਮ ਲਈ ਨਹੀਂ ਇਕੱਲਾ ਕੀਤਾ, ਸਾਰੇ ਜਗਤ ਲਈ, ਸਾਰੇ ਸੰਸਾਰ ਲਈ। ਉਹ ਸੰਵਿਧਾਨ ਨਿਰਮਾਤਾ ਮਹਾਵਿਦਵਾਨ ਗਿਆਤਾ ਆਪਣਾ ਜੀਵਨ ਨਿਸ਼ਾਵਰ ਕਰਕੇ ਸਾਰਾ ਜੀਵਨ ਉਹਨੇ ਸਾਡੀ ਦੁਨੀਆ ਲਈ ਲਿਆਤਾ। ਆਪਣੇ ਬੱਚੇ ਨਹੀਂ ਦੇਖੇ, ਬਿਲਕੁਲ ਬਿਲਕੁਲ, ਆਪਣੀ ਵਾਈਫ ਨੂੰ ਨਹੀਂ ਦੇਖਿਆ, ਜੋ ਨਹੀਂ ਕੀਤਾ ਆ ਉਹ ਅਸੀਂ ਦੇ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ, ਨਿਸ਼ਾਵਰ ਕਰਕੇ ਸਾਨੂੰ ਨया ਜੀਵਨ ਢੰਗ ਸ਼ੈਲੀ ਸਿਖਲਾ ਗਿਆ। ਅਸੀਂ ਹੁਣ ਨਵਾਂ ਜੀਵਨ ਜਿਉਣਾ ਆ, ਕਿ ਸਾਡੇ ਹੱਕ ਜਿਹੜੇ ਆਪ ਅਸੀਂ ਲੈਣੇ ਆ। ਪਿਆਰਾ ਇਨਸਾਨੀਅਤ ਦੇ ਮਸੀਹਾ ਨੂੰ ਚੁੱਕ ਚੁੱਕ ਕਰੇ ਸਲਾਮ, ਉਹ ਇਨਸਾਨੀਅਤ ਦਾ ਮਸੀਹਾ ਸੀ, ਮਾਨਵਤਾ ਦਾ ਰਾਖਾ ਸਾਡੇ ਰੋਮ ਰੋਮ ਚ ਵਸ ਰਿਹਾ। ਸ਼ਰੇਆਮ ਸ਼ਰੇਆਮ ਇਨਸਾਨੀਅਤ ਦੇ ਮਸੀਹਾ ਨੂੰ ਮੇਰੀ ਵੱਲੋਂ, ਪਿਆਰੇ ਵੱਲੋਂ, ਤੁਹਾਡੇ ਸਾਰਿਆਂ ਵੱਲੋਂ ਚੁੱਕ ਚੁੱਕ ਕੇ ਸਲਾਮ, ਚੁੱਕ ਚੁੱਕ ਕੇ ਸਲਾਮ। मैं क्योंकि ज्यादा कविता नहीं पढ़ूंगा, सिर्फ श्रद्धाली दे पेंट करना आया, क्योंकि थोड़ा प्रोग्राम इस वेले बहुत दुनिया सुन रही है और बहुत शलाघा जो कर रहे हैं और थानू असी मुबारकबाद दिंदे आ। डॉक्टर अंबेडकर की बदौलत ही होया पहुंचिया। थैंक यू जो मैंने समझता। जय गुरुदेव, जय भीम, जय भारत। ਇਹ ਸੀ ਸਾਡੇ ਭਾਜੀ ਪਿਆਰਾ ਲਾਲ ਜੀ, ਕਵਿਤਾ ਲਿਖਦੇ ਬਹੁਤ ਵਧੀਆ, ਇਹਨਾਂ ਦੀਆਂ ਬਹੁਤ ਖੁਸ਼ੀ ਹੁੰਦੀ ਇਹਨਾਂ ਨੂੰ ਸੁਣ ਕੇ। ਬਾਬਾ ਸਾਹਿਬ ਨੇ ਇਹ ਵੀ ਕਿਹਾ ਸੀ, ਐਵੇਂ ਨਾ ਤੁਸੀਂ ਲੁਕ ਲੁਕ ਕੇ ਬੈਠੋ, ਸਾਹਮਣੇ ਆਵੋ, ਅੱਗੇ ਆਵੋ। ਬਿਲਕੁਲ ਬਿਲकुल, ਜਿਸ ਤਰ੍ਹਾਂ ਇਹ ਆਪਣਾ ਧਰਮ ਪਛਾਣੋ, ਵੈਰੀ ਤਾਉ ਮਾੜੀ ਮੋਟੀ ਹਸਤੀ ਨਹੀਂ। ਡਾਕਟਰ ਅੰਬੇਦਕਰ ਬਾਬਾ ਸਾਹਿਬ ਭਾਰਤ ਦੇ ਗ੍ਰੇਟੈਸਟ ਇੰਡੀਅਨ ਉਹਨਾਂ ਨੂੰ ਕਿਹਾ ਜਾਂਦਾ, ਕਿਉਂਕਿ ਜਿੰਨੇ ਵੀ ਉਹ ਮਾੜੇ ਹਾਲਾਤਾਂ ਦੇ ਵਿੱਚੋਂ, ਮਾੜੇ ਸਮੇਂ ਦੇ ਵਿੱਚੋਂ ਕਿੰਨੇ ਘਿਰਨਾ ਭਰੇ ਜਦੋਂ ਹਾਲਾਤ ਸੀਗੇ ਨਾ, ਉਹਨਾਂ ਦੇ ਵਿੱਚੋਂ ਦੀ ਉਹ ਗੁਜ਼ਰੇ। ਅਪਮਾਨਾਂ ਭਰੇ ਹਾਲਾਤ ਸੀ ਉਦੋਂ, ਕਿੰਨੇ ਖਤਰਨਾਕ ਹਾਲਾਤ ਸੀ, ਤੇ ਉਹਨਾਂ ਦੇ ਨਾਲ ਉਹਨਾਂ ਨੇ ਜਿੱਦਾਂ ਕਠਿਨ ਹਾਲਤ ਵਿੱਚੋਂ ਵੀ ਉਹ ਆਪ ਗੁਜ਼ਰੇ, ਕਿਉਂਕਿ ਜਿੰਨੇ ਦੁੱਖਾਂ ਭਰੇ ਹਾਲਾਤ ਦੇ ਨਾਲ ਉਹ ਲੋਹਾ ਲੈਂਦੇ ਰਹੇ, ਮੁਕਾਬਲਾ ਕਰਦੇ ਰਹੇ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਮੈਂ ਕੋਈ ਵੀ ਨਹੀਂ ਇੰਨਾ ਮਹਾਨ ਦੇਖਿਆ ਤੇ ਨਾ ਕੋਈ ਸੂਰਬੀਰ ਦੇਖਿਆ, ਕਿ ਜਿਨ੍ਹਾਂ ਨੇ ਇੰਨੇ ਦੁੱਖ ਸਹਿ ਕੇ ਵੀ ਇੰਨੀ ਪੜ੍ਹਾਈ ਲਿਖਾਈ ਕਰਕੇ ਤੇ ਭਾਰਤ ਦਾ ਸੰਵਿਧਾਨ ਲਿਖ ਦਿੱਤਾ। ਇਹ ਕਿਸੇ ਕੋਈ ਮਾੜੀ ਜਿਹੀ ਗੱਲ ਨਹੀਂ ਹੈ। ਆਪਾਂ ਕੋਲ ਲੈ ਨਾ, ਕੋਲ ਲਓ ਜੀ। ਹੈਲੋ ਜੀ, ਜੈ ਗੁਰਦੇਵ। ਹੈਲੋ ਜੀ, ਜੈ ਗੁਰਦੇਵ ਭੈਣ ਜੀ, ਮੈਂ ਫਕੀਰਤਾਂ ਚੌਹਾਨ ਬੋਲਦਾ ਬਰਮਿੰਘਮ ਤੋਂ। ਹਾਂਜੀ ਜੈ ਗੁਰਦੇਵ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਦੇਖੋ, ਅੱਜ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੁਣਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਹਾਂਜੀ ਬਿਲਕੁਲ ਜੀ। ਜੋ ਨਹੀਂ ਮਤਲਬ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਇਹਦੇ ਇਤਿਹਾਸ ਤੇ ਝਾਤੀ ਮਾਰਨ ਦੀ ਬਹੁਤ ਲੋੜ ਆ। ਬਿਲਕੁਲ, ਕਿਉਂਕਿ ਦੇਖੋ 1928 ਦੀ ਜੇ ਆਪਾਂ ਗੱਲ ਕਰਦੇ ਹਾਂ, ਯਾਨੀ ਉਸ ਵੇਲੇ ਸਾਈਮਨ ਕਮਿਸ਼ਨ ਅੰਗਰੇਜ਼ਾਂ ਨੂੰ ਉੱਥੇ ਭਾਰਤ ਭੇਜਿਆ ਸੀ। ਵੀ ਜਦ ਵੀ ਦੇ ਦੇਸ਼ ਆਜ਼ਾਦ ਕਰਨਾ, ਵੀ ਸੰਵਿਧਾਨ ਬਣਾਉਣਾ। ਹੁਣ ਤੁਸੀਂ ਦੇਖੋ ਵੀ ਜੇ ਉੱਥੇ ਅੰਗਰੇਜ਼ ਨਾ ਗਏ ਹੁੰਦੇ ਤਾਂ ਇਹ ਸੰਵਿਧਾਨ ਨਹੀਂ ਸੀ ਬਣ ਸਕਦਾ। ਹੁਣ ਉਹ ਨਹੀਂ, ਬਾਬਾ ਸਾਹਿਬ ਨੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਸਮਝਾਇਆ ਵੀ ਦੇਖੋ, ਜਿੱਦਾਂ ਤੁਹਾਡੇ ਮੁਲਕ ਦੇ ਵਿੱਚ ਲੋਕਤੰਤਰ ਆ, ਏਦਾਂ ਦਾ ਲੋਕਤੰਤਰ ਭਾਰਤ 'ਚ ਹੋਣਾ ਚਾਹੀਦਾ। ਪਰ ਉਹ ਕਾਂਗਰਸ ਦਾ ਜਿਹੜੀ RSS ਸੀ, ਉਹ ਵਿਰੋਧ ਕਰ ਰਹੀ ਸੀ। ਉਹ ਕਹਿੰਦੇ ਸੀ ਵੀ ਸਾਡੇ ਤਾਂ ਮਨੁਸਮ੍ਰਿਤੀ ਹੈਗੀ ਆ। ਪਰ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਥੇ ਦਾ ਵੀ ਆਪਾਂ ਇਤਿਹਾਸ ਦੇਖੀਏ, ਵੀ ਜਿਹੜਾ ਫਰਾਂਸ ਦੇ ਲਾਗੇ ਮੁਲਕ ਆ, ਇੱਥੇ ਰੈਵੋਲੂਸ਼ਨ ਆਇਆ ਸੀ, ਇੱਥੇ ਬਹੁਤ ਲੋਕਾਂ ਦਾ ਕਤਲ ਹੋਇਆ ਸੀ। ਪਰ ਜਿਹੜਾ ਇੱਥੇ ਦਾ ਇੰਗਲੈਂਡ ਦਾ ਰਾਜਾ ਸੀ ਜੌਨ, ਉਹਨੇ ਜਾਣੀ ਮਤਲਬ 1215 ਚ ਕਹਿਤਾ ਸੀ ਵੀ ਮੈਂ ਚਾਹੁੰਦਾ ਵੀ ਇੱਥੇ ਦਾ ਹਾਊਸ ਆਫ ਕਾਮਨਸ ਬਣੇ, ਜਿਹੜਾ ਲੰਡਨ ਹੈ। ਜਿਹੜਾ ਪਹਿਲਾ ਹਾਊਸ ਆਫ ਕਾਮਨਸ ਬਣਿਆ ਸੀ, ਉਹ 1265 ਚ ਬਣਿਆ ਸੀ। ਅੱਛਾ ਜੀ। ਤੁਸੀਂ ਦੇਖੋ ਵੀ ਉਹ ਜਿਹੜਾ ਪਹਿਲਾ ਹਾਊਸ ਆਫ ਕਾਮਨਸ ਸੀ, 700 ਸਾਲ ਸਿਰਫ ਅਮੀਰਾਂ ਦੀਆਂ ਵੋਟਾਂ ਸੀ। ਅੱਛਾ ਜੀ। ਜਿਨ੍ਹਾਂ ਦੀਆਂ ਜ਼ਮੀਨਾਂ ਸੀ, ਜਿਹੜੇ ਪੜ੍ਹੇ ਹੋਏ ਸੀ, ਜਿਨ੍ਹਾਂ ਦੀਆਂ ਜਾਇਦਾਦਾਂ ਸੀ, ਉਹਨਾਂ ਦੀਆਂ ਹੀ ਸੀ। ਫਿਰ ਇੱਥੇ ਦੇ ਲੋਕਾਂ ਨੇ, ਜਿਹੜੇ ਮਿਡਲ ਕਲਾਸ ਦੇ ਲੋਕ ਸੀ, ਉਹਨੇ ਫਿਰ ਸੰਘਰਸ਼ ਕੀਤਾ ਤਾਂ ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲਿਆ। ਫਿਰ ਇੱਥੇ ਦੇ ਜਿਹੜੇ ਕਿਰਤੀ ਕਾਮੇ ਸੀ, ਉਹਨੇ ਕਿਹਾ ਵੀ ਸਾਡੀ ਵੀ ਵੋਟ ਚਾਹੀਦੀ ਹੈ। ਪਰ ਔਰਤਾਂ ਦੀ ਵੋਟ ਉੱਕਾ ਹੀ ਨਹੀਂ ਸੀ। ਅੱਛਾ ਜੀ। ਫਿਰ ਤੁਸੀਂ ਦੇਖੋ ਵੀ ਇੱਥੇ ਇੱਕ ਔਰਤ ਹੋਈ ਆ, ਉਹ ਮਾਨਚੈਸਟਰ ਦੇ ਵਿੱਚ ਉਹਦਾ ਜਨਮ ਹੋਇਆ ਸੀ। ਅੱਛਾ ਜੀ। ਐਮਲੀਨ ਪੈਂਕਹਰਸਟ।
14 ਜੁਲਾਈ 1858 ਨੂੰ ਇੱਕ ਗਰੀਬ ਅੰਗਰੇਜ਼ ਦੇ ਘਰ ਪੈਦਾ ਹੋਈ ਸੀ। ਅੱਛਾ ਜੀ। ਉਹਦੇ ਘਰ ਦੇ ਵਿੱਚ ਇਹ ਗੱਲ ਚੱਲਦੀ ਹੁੰਦੀ ਸੀ ਵੀ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ। ਹਾਂਜੀ। ਕੋਈ ਗੱਲ ਨਹੀਂ ਸੀ ਸੁਣਨੀ ਚਾਹੁੰਦਾ। ਉਦੋਂ ਇੱਥੇ ਦੋ ਹੀ ਪਾਰਟੀਆਂ ਸੀ, ਹਾਂਜੀ, ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ। ਹਾਂਜੀ ਹਾਂਜੀ। ਉਹ ਕਹਿੰਦੀ ਵੀ ਮਿਲਣਾ, ਸਾਡੇ 'ਚ ਕਮੀ ਕਿਹੜੀ ਚੀਜ਼ ਦੀ ਹੈ। ਉਹ ਜਾਨੀ ਮਾਨਚੈਸਟਰ ਦਾ ਇੱਕ ਪ੍ਰਾਈਮ ਮਿਨਿਸਟਰ ਬਣਿਆ ਸੀ ਤਾਂ ਉਹਨੇ ਕਿਹਾ ਵੀ ਇਹ ਗੱਲ ਕਰਨੀ ਛੱਡ ਦਿਓ, ਤੁਸੀਂ ਮੀਟਿੰਗ ਵੀ ਨਹੀਂ ਕਰ ਸਕਦੀਆਂ। ਉਹ ਕਹਿੰਦੀ ਵੀ ਮੀਟਿੰਗ ਨਹੀਂ ਕਰ ਸਕਦੀਆਂ ਵੀ ਇਹ ਕੀ ਗੱਲ ਵੀ ਅਸੀਂ ਪਾਰਕਾਂ ਦੀ ਪਾਰਕ ਵੀ ਸਾਡੇ ਹੀ ਆ, ਹਾਂਜੀ, ਹਾਲ ਵੀ ਸਾਡੇ ਹੀ ਆ। ਹੁਣ ਫਿਰ ਆਪਣੇ ਘਰ ਮੀਟਿੰਗ ਕਰਕੇ ਔਰਤਾਂ ਨੂੰ ਕਿਹਾ ਵੀ ਆਪਾਂ ਆਪੇ ਜਦੋਜਹਿਦ ਕਰੀਏ। ਅੱਛਾ ਜੀ। ਤੁਸੀਂ ਦੇਖੋ ਵੀ ਉਹ ਇੰਨੀ ਵਾਰੀ ਜੇਲ੍ਹ 'ਚ ਗਈ, ਉਹਦੇ ਨਾਲ ਲੱਖਾਂ ਹੀ ਲੋਕ ਔਰਤਾਂ ਨੇ ਜਦੋਜਹਿਦ ਕੀਤੀ। ਹਾਂਜੀ। ਔਰ ਕਈ ਵਾਰੀ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਵੀ। ਹਾਂਜੀ। ਔਰ ਜੇਲ੍ਹ ਦੇ ਵਿੱਚ ਜਾ ਕੇ ਜਾਨੀ ਉਹਨੂੰ ਮਤਲਬ ਹੈ ਸੰਘਰਸ਼ ਕੀਤਾ। ਹਾਂਜੀ। ਫੇਰ ਹੀ ਨਹੀਂ ਜਾਨੀ ਜਦ ਨਾ ਪਹਿਲਾ ਯੁੱਧ ਖਤਮ ਹੋਇਆ 1918 ਚ। ਹਾਂਜੀ। ਫੇਰ ਇਹਨਾਂ ਨੂੰ ਥੋੜਾ ਜਿਹਾ ਝੁਕਣਾ ਪਿਆ। ਇਹ ਨਹੀਂ ਕਿਹਾ ਵੀ ਚਲੋ ਹੁਣ ਵੋਟਾਂ ਪੈਣੀਆਂ, ਪਰ ਅਸੀਂ ਤੁਹਾਨੂੰ ਅਜੇ ਇੰਨਾ ਕੁ ਹੱਕ ਦੇ ਦਿੰਦੇ ਆ ਵੀ ਬੰਦਿਆਂ ਦੀਆਂ ਵੋਟਾਂ ਹੈਗੀਆਂ 21 ਸਾਲ ਦੀਆਂ ਤਾਂ ਤੁਹਾਨੂੰ 30 ਸਾਲ ਦੀ ਉਮਰ ਦੀਆਂ ਵੋਟ ਹੋਣੀ ਚਾਹੀਦੀ ਹੈ। ਅੱਛਾ ਜੀ। ਉਹਨੇ ਕਿਹਾ ਵੀ ਚੱਲ ਥੋੜਾ ਜਿਹਾ ਹੱਕ ਮਿਲਿਆ। ਹਾਂਜੀ। ਉਦੋਂ ਫਿਰ 1919 ਚ ਇੱਕ ਸੀਟ ਖਾਲੀ ਹੋਈ ਤਾਂ ਪਹਿਲੀ ਇੱਥੇ ਔਰਤ MP ਬਣੀ ਸੀ। ਅੱਛਾ ਜੀ। ਔਰ 1928 ਦੇ ਵਿੱਚ ਪੂਰਾ ਅਧਿਕਾਰ ਮਿਲਿਆ ਤਾਂ ਬਾਬਾ ਸਾਹਿਬ ਨੇ ਕਿਹਾ ਵੀ ਜਿੱਦਾਂ ਇੱਥੇ ਹੁਣ ਬੜੇ ਦੁੱਖ ਦੀ ਗੱਲ ਆ ਵੀ ਭਾਰਤ ਦੇ ਲੋਕਾਂ ਨੂੰ ਬਿਨਾਂ ਸੰਘਰਸ਼ ਕੀਤੇ ਤੇ ਸਾਰਾ ਕੁਝ ਬਾਬਾ ਸਾਹਿਬ ਲੈ ਕੇ ਦੇ ਦਿੱਤਾ। ਹਾਂਜੀ। ਉਹ ਜਿਹੜੇ ਲੋਕ ਆ ਭਾਰਤ ਦੇ, ਉਹ ਜਾਨੀ ਇਸ ਚੀਜ਼ ਨੂੰ ਕਦਰ ਨਹੀਂ ਕਰਦੇ। ਹੁਣ ਤੁਸੀਂ ਦੇਖੋ ਵੀ ਜਦ ਦਾ ਸੰਵਿਧਾਨ ਬਣਿਆ ਆਪਣਾ ਰਾਜ ਹੋਣਾ ਚਾਹੀਦਾ ਸੀ। ਹਾਂਜੀ ਹਾਂਜੀ ਹਾਂਜੀ। ਉਹ ਰਾਜ ਅਜੇ ਵੀ ਉੱਚੀ ਜਾਤ ਵਾਲਿਆਂ ਦਾ ਚੱਲਿਆ ਆ ਰਿਹਾ। ਬਿਲਕੁਲ ਬਿਲਕੁਲ। ਹਾਂਜੀ, ਹਾਲੇ ਵੀ ਪੇਟੀ ਦੇ ਵਿੱਚੋਂ ਰਾਜ। ਨਹੀਂ ਉਹ ਦੇਖੋ ਵੋਟਾਂ ਨੂੰ ਖਰੀਦਦੇ ਆ। ਹਾਂਜੀ ਹਾਂਜੀ। ਫਿਰ ਬੜੀ ਗੱਲ ਆ ਵੀ ਜਿਹੜੇ ਸਾਡੇ ਸਮਾਜ ਦੇ ਚਮਚੇ ਆ ਨਾ, ਉਹ ਗਾਂਧੀ ਨੇ ਉਦੋਂ ਮਰਨ ਵਰਤ ਰੱਖ ਕੇ ਉਹ ਅੱਜ ਆਪਾਂ ਜੇ ਹਾਂਜੀ ਆਪਾਂ ਥੋੜੀ ਜਿਹੀ ਗੱਲ, ਕਿਉਂਕਿ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ, ਕਿਉਂਕਿ ਅੱਜ ਸ਼ਰਧਾਂਜਲੀ ਦੇ ਫੁੱਲ ਸਾਰਿਆਂ ਨੇ ਲੈਣ ਲੱਗਿਆ ਨੇ ਤੇ ਦੇਖੀਏ ਵੀ ਸਾਰਾ ਟਾਈਮ ਮਿਲ ਜਾ। ਬਹੁਤ ਵਧੀਆ ਮਾਫੀ ਚਾਹੁੰਦੇ ਗੱਲ ਕਰ ਰਹੇ ਹੋ। ਹਾਂਜੀ। ਜਾਨੀ ਇਹ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ। ਤੁਸੀਂ ਥੈਂਕ ਯੂ, ਤੁਸੀਂ ਬਹੁਤ ਸੋਹਣਾ ਦੱਸਦੇ ਆ। ਜੇ ਗੁਰਮੀਤ ਜੀ ਜਿਹੜੀ ਗੱਲ ਉਹਨਾਂ ਨੇ ਸਮਝਾਈ ਆ ਬੜੀ ਵਧੀਆ ਆ, ਜੇ ਉਹਨੂੰ ਕੋਈ ਸਮਝਿਆ ਜਾਵੇ ਤਾਂ। ਨਹੀਂ ਪਰ ਗੁਰਮੀਤ ਜੀ ਗੱਲ ਤਾਂ ਇਹ ਆ ਕਿ ਇੰਗਲੈਂਡ ਦੇ ਵਿੱਚ ਵੀ ਜਿੱਥੇ ਵੀ ਦੁਨੀਆ ਦੇ ਮੁਲਕਾਂ ਦੇ ਵਿੱਚ ਆ ਔਰਤ ਨੂੰ ਸੰਘਰਸ਼ ਹੀ ਕਰਨਾ ਪਿਆ। ਜੇਕਰ ਇੰਗਲੈਂਡ ਦੀ ਵੀ ਗੱਲ ਕਰੀਏ ਤੇ ਅੱਜ ਅਸੀਂ ਕਹਿੰਦੇ ਕਿ ਇੰਗਲੈਂਡ ਵਰਗਾ ਵਧੀਆ ਮੁਲਕ ਹੈ, ਇਹ ਇੱਥੇ ਸਾਰੀ ਸਹੂਲਤਾਂ, ਪਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 1919 ਦੇ ਵਿੱਚ ਕਿੰਨਾ ਸੰਘਰਸ਼ ਕਰਕੇ ਕਿੰਨੀ ਵਾਰੀ ਔਰਤ ਜੇਲ੍ਹ ਵਿੱਚ ਗਈ, ਕਿੰਨੀ ਵਾਰੀ ਔਰਤ ਨੂੰ ਕੁੱਟਮਾਰ ਖਾਣੀ ਪਈ ਤੇ ਕਿੰਨਾ ਸੰਘਰਸ਼ ਕੀਤਾ। ਤੇ ਉਸ ਵੇਲੇ ਉਹਨਾਂ ਵੱਲ ਦੇਖਦੇ ਹੋਏ ਬਾਬਾ ਸਾਹਿਬ ਨੇ ਆਪਣੇ ਮੁਲਕ ਸਾਨੂੰ ਬਗੈਰ ਕੁੱਟ ਖਾਦੇ ਤੋਂ ਹੀ ਉਹਨਾਂ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦੇ ਦਿੱਤਾ ਤੇ ਸਾਨੂੰ ਕੋਈ ਸੰਘਰਸ਼ ਨਹੀਂ ਕਰਨਾ ਪਿਆ। ਪਰ ਅਸੀਂ ਉਸ ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ ਉਹਨੂੰ ਸਾਨੂੰ ਯਾਦ ਕਰਨਾ ਪੈਣਾ ਹੈ, ਉਹਨੂੰ ਯਾਦ ਰੱਖਣਾ ਪੈਣਾ ਆ। ਕਿਉਂਕਿ ਇੱਕ ਔਰਤ ਨੂੰ ਹੱਕ ਲੈ ਕੇ ਦੇਣੇ ਕੋਈ ਛੋਟੀ ਜਿਹੀ ਗੱਲ ਨਹੀਂ। ਮੈਂ ਇਹ ਗੱਲ ਕਹਿੰਦੀ ਆ, ਜੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਲਾਗੂ ਕਰਦੇ ਤੇ ਅੱਜ ਜਿਹੜੀ ਉੱਥੇ ਦੁਨੀਆ ਬੈਠੀ ਆ, ਹਾਂਜੀ, ਉਹ ਕਦੀ ਬਹਿ ਨਹੀਂ ਸੀ ਸਕਦੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ, ਜੈ ਵਾਲਮੀਕੀ ਜੀ, ਜਗਦੇਵ, ਜੈ ਵਾਲਮੀਕੀ। ਹਾਂਜੀ, ਮੈਂ ਪੂਜਾ ਥਾਪਰ ਬੋਲਦੀ ਹਾਂ। ਹਾਂਜੀ ਪੂਜਾ ਜੀ, ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਬਾਬਾ ਸਾਹਿਬ ਦੇ? ਹਾਂਜੀ, ਪਹਿਲਾਂ ਤਾਂ ਤੁਸੀਂ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਹੈ। ਹਾਂਜੀ। ਤੇ ਬਾਬਾ ਸਾਹਿਬ ਨੂੰ ਸਾਡੀ ਸੱਚੀ ਸ਼ਰਧਾਂਜਲੀ ਤਾਂ ਇਹੀ ਆ। ਹਾਂਜੀ। ਉਹਨਾਂ ਦੇ ਨਿਰਵਾਣ ਦਿਵਸ ਦੇ ਕਿ ਅਸੀਂ ਜੋ ਉਹਨਾਂ ਨੇ ਸਾਨੂੰ ਰਸਤੇ ਦਿਖਾਏ ਆ, ਉਹਨਾਂ ਰਸਤਿਆਂ ਤੇ ਚੱਲੀਏ। ਹਾਂਜੀ। ਕਿਉਂਕਿ ਉਹਨਾਂ ਨੇ ਇਸ ਕਲਯੁਗ ਦੇ ਵਿੱਚ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਦੇ ਹੱਥ ਵਿੱਚ ਜੋ ਕਲਮ ਸੀ, ਉਹਨਾਂ ਨੇ ਉਹਦਾ ਇਸ਼ਾਰਾ ਸਮਝਿਆ ਕਿ ਇਹ ਕਲਮ ਕੀ ਦੱਸਦੀ ਆ। ਬਿਲਕੁਲ ਬਿਲਕੁਲ। ਤੇ ਉਹਨਾਂ ਨੇ ਬਚਪਨ ਤੋਂ ਇੰਨੀ ਆਪਣੀ ਅੱਛੀ ਪਰਸਨੈਲਿਟੀ ਬਣਾਈ, ਕਿਉਂਕਿ ਹਰੇਕ ਜਗ੍ਹਾ ਬਚਪਨ ਤੋਂ ਲੈ ਕੇ ਉਹਨਾਂ ਨੇ ਕਾਨੂੰਨ ਮੰਤਰੀ ਬਣ ਗਏ, ਇੰਨੀਆਂ ਡਿਗਰੀਆਂ ਲੈ ਲਈਆਂ, ਫਿਰ ਵੀ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਖਤਮ ਨਹੀਂ ਸੀ ਹੋਇਆ। ਪਰ ਉਹਨਾਂ ਦਾ ਏਮ ਕੀ ਸੀ ਕਿ ਅਗਰ ਮੈਂ ਇਹਨਾਂ ਚੀਜ਼ਾਂ 'ਚ ਪੈ ਗਿਆ ਤਾਂ ਮੈਂ ਜਿਹਨਾਂ ਲਈ ਸੰਘਰਸ਼ ਕਰ ਰਿਹਾ ਉਹਨਾਂ ਨੂੰ ਕਿੱਦਾਂ ਕਾਮਯਾਬੀ ਦਊਂਗਾ, ਕਿਉਂਕਿ ਉਹ ਇਹਨਾਂ ਚੀਜ਼ਾਂ ਦਾ ਮਗਰ ਉਹਨਾਂ ਨੇ ਧਿਆਨ ਨਹੀਂ ਦਿੱਤਾ। ਕਿਉਂਕਿ ਉਸ ਵੇਲੇ ਕਾਨੂੰਨ ਵੀ ਕੋਈ ਨਹੀਂ ਸੀ। ਅੱਜ ਸਾਨੂੰ ਕੋਈ ਕਹਿੰਦਾ ਤਾਂ ਕਾਨੂੰਨਾਂ ਦਾ ਸਹਾਰਾ ਅਸੀਂ ਲੈਂਦੇ ਆ ਕਿ ਕੋਈ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਕੋਈ ਸਾਨੂੰ ਛੂਤ ਛਾਤ ਕਹਿੰਦੇ ਆ। ਪਰ ਬਾਬਾ ਸਾਹਿਬ 'ਚ ਦੇਖੋ ਕਿੰਨਾ ਧੈਰਯ ਹੋਊਗਾ, ਕਿੰਨੀ ਉਹਨਾਂ 'ਚ ਹਿੰਮਤ ਹੋਊਗੀ ਕਿ ਉਹਨਾਂ ਇਹਨਾਂ ਨੇ ਗੱਲਾਂ ਦੀ ਪਰਵਾਹ ਨਹੀਂ ਸੀ ਕੀਤੀ।
ਸੋ ਉਹਨਾਂ ਦਾ ਇਤਿਹਾਸ ਵਾਕਈ ਬੜਾ ਗਹਿਰਾ ਤੇ ਗੂੜਾ ਆ, ਬੜਾ ਅੱਛਾ ਆ। ਜਿਸ ਤਰ੍ਹਾਂ ਹੁਣ ਇੱਕ ਅੰਕਲ ਜੀ ਵੀ ਕਾਫੀ ਰੋਸ਼ਨੀ ਪਾ ਕੇ ਗਏ ਆ, ਪਰ ਆਪਾਂ ਜ਼ਿਆਦਾ ਹੁਣ ਫੋਨ ਤੇ ਇਦਾਂ ਦੇ ਪ੍ਰੋਗਰਾਮ 'ਚ ਇੰਨਾ ਜ਼ਿਆਦਾ ਦੇਖੋ ਪੂਜਾ ਜੀ, ਆਪਾਂ ਨੂੰ ਅੱਜ ਬਰਾਬਰਤਾ ਦੇ ਹੱਕ ਮਿਲੇ ਹੋ। ਤੁਸੀਂ ਵੀ ਜੋਬਾਂ ਕਰਦੇ, ਅਸੀਂ ਵੀ ਜੋਬਾਂ ਕਰਦੇ ਆ, ਜਿੱਥੇ ਮਰਜ਼ੀ ਡਿਗਰੀਆਂ ਤੁਹਾਡੇ ਬੱਚੇ ਕਰਦੇ ਆ, ਕਰਕੇ ਵੱਡੀਆਂ ਵੱਡੀਆਂ ਪੋਸਟਾਂ ਤੇ ਆ, ਕਿਤੇ ਕੋਈ ਫਰਕ ਨਹੀਂ। ਚਲੋ ਇਹ ਤਾਂ ਡਿਵੈਲਪਮੈਂਟ ਕੰਟਰੀ ਆ, ਇੱਥੇ ਆ। ਤੇ ਮੈਂ ਤਾਂ ਖੁਦ ਪੋਸਟ ਗ੍ਰੈਜੂਏਸ਼ਨ ਕਰਕੇ ਆਈ ਆ, ਟੀਚਰ ਬਣੀ। ਉਹ ਬਾਬਾ ਸਾਹਿਬ ਦੀ ਦੇਣ ਆ, ਅਸੀਂ ਖੁਦ ਆਪਾਂ ਇੰਨੀ ਅੱਛੀ ਐਜੂਕੇਸ਼ਨ ਲਈ। ਪੂਜਾ ਜੀ, ਤੁਹਾਨੂੰ ਸਾਨੂੰ ਕੋਈ ਅਧਿਕਾਰ ਹੀ ਨਹੀਂ ਸੀ। ਸਾਡੇ ਜਿਹੜੇ ਹੁਣ ਗ੍ਰੈਂਡ ਪੇਰੈਂਟਸ ਲੈ ਲਓ, ਉਹਨਾਂ ਨੂੰ ਉਸ ਵੇਲੇ ਕੋਈ ਅਧਿਕਾਰ ਨਹੀਂ ਸੀਗਾ, ਤੇ ਉਹਨਾਂ ਨੇ ਆਪਣਾ ਜੀਵਨ ਸੰਘਰਸ਼ ਕਿਸ ਤਰ੍ਹਾਂ ਕੀਤਾ। ਆਪਾਂ ਹੋਰ ਵੀ ਕਿਸੇ ਨੂੰ ਇਹ ਸਿੱਖਿਆਵਾਂ ਦਈਏ, ਹੋਰ ਵੀ ਇੰਡੀਆ ਵਿੱਚ ਬੈਠੇ ਭੈਣਾਂ ਭਰਾਵਾਂ ਨੂੰ, ਜਾਂ ਹੋਰ ਵੀ ਕਿਸੇ ਨੂੰ ਇਹ ਦੱਸੀਏ ਕਿ ਤੁਸੀਂ ਪੜ੍ਹਨਾ ਬਹੁਤ ਜ਼ਰੂਰੀ ਆ। ਬਿਲਕੁਲ ਬਿਲਕੁਲ ਜੀ, ਇਹ ਤਾਂ ਮਹਾਰਾਜ ਰਮਾਇਣ ਯੋਗ ਵਿਸ਼ੇਸ਼ ਦੱਸ ਗਏ ਆ ਕਿ ਗਿਆਨ ਜਿਹੜਾ ਆ ਨਾ, ਇਹੀ ਤੁਹਾਡੀ ਸਫਲਤਾ ਦਾ ਮੂਲ ਆਧਾਰ ਆ। ਬਿਲਕੁਲ। ਉਸ ਗਿਆਨ ਨੂੰ ਬਾਬਾ ਸਾਹਿਬ ਨੇ ਹਾਸਲ ਕੀਤਾ, ਤਾਂ ਦੇਖੋ 32 ਡਿਗਰੀਆਂ ਲਈਆਂ, ਕਈ ਭਾਸ਼ਾਵਾਂ ਲਈਆਂ, ਔਰ ਸਾਨੂੰ ਜਿਹੜੇ ਅਸੀਂ ਦੱਬੇ ਕੁਤਲੇ ਇਨਸਾਨ ਸੀਗੇ, ਕਿੱਥੇ ਉਹ ਖੜੇ ਕਰਕੇ ਗਏ। ਤੇ ਪਰ ਅੱਜ ਵੀ ਅਜੇ ਬਹੁਤ ਕਮਜ਼ੋਰ ਆ। ਅੱਜ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ। ਜਿਸ ਤਰ੍ਹਾਂ ਕਹਾਂਗੀ, ਜਿਹੜਾ ਕਹਿੰਦੇ ਸੀਗੇ ਵੀ ਬਾਬਾ ਸਾਹਿਬ ਨੇ ਕਿਹਾ ਸੀ, ਜਿਹੜਾ ਪੋਲਿਟਿਕਸ ਆ ਨਾ, ਇਹ ਕੀ ਆਫ ਮਾਸਟਰ ਆ, ਜਿਹਦਾ ਮਾਸਟਰ ਕੀ ਆ, ਜਿੰਨੀ ਤੁਸੀਂ ਇਹਦੇ ਵਿੱਚ ਵੀ ਆਉਂਦੇ ਨਾ। ਗੱਲ ਕਰਦੇ ਆ ਕਿਉਂਕਿ ਅੱਜ ਕੋਲਾਂ ਬਹੁਤ ਆ ਰਹੀਆਂ। ਹਾਂਜੀ ਥੈਂਕ ਯੂ ਵੈਰੀ ਮਚ ਤੁਹਾਡਾ ਵੀ। ਮੈਂ ਤਾਂ ਇਹ ਕਹਿ ਰਹੀ ਆ ਕਿ ਆਪਾਂ ਦੱਸ ਨਹੀਂ ਸਕਦੇ ਵੀ ਐਡਾ ਵੱਡਾ ਗਿਆਨ ਆ ਬਾਬਾ ਸਾਹਿਬ ਜੀ। ਫਿਰ ਕਿਸੇ ਪੋਸਟ ਰੱਖਾਂ ਇੱਕ ਸੇਵਾ ਵੀ ਆਈ ਆ, ਮੈਂ ਕਿਹਾ ਉਹਦੇ ਬਾਰੇ ਵੀ ਦੱਸ ਦਈਏ, ਫਿਰ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਚਾਲੂ ਰੱਖਾਂਗੇ। ਸਾਡੇ ਭਵਿਸ਼ ਚੁੰਬਰ ਜੀ, ਜਿਨ੍ਹਾਂ ਨੇ ਕਿ 50 ਪੌਂਡ ਭੇਜੇ ਆ ਕਾਂਚੀ ਟੀਵੀ ਲਈ, ਜਾਂ ਕਿਸੇ ਵੀ ਸੇਵਾ ਲਈ ਕਹਿੰਦੇ ਤੁਸੀਂ ਵਰਤ ਸਕਦੇ ਆ। ਤੇ ਮੈਂ ਇਹਨਾਂ ਦਾ ਤਹਿ ਦਿਲੋਂ ਕਾਂਚੀ ਟੀਵੀ ਵੱਲੋਂ, ਸਾਰਿਆਂ ਵੱਲੋਂ ਅਸੀਂ ਧੰਨਵਾਦ ਕਰਦੇ ਆ। ਤਾਂ ਇਹਨਾਂ ਲਈ ਅਰਦਾਸ ਵੀ ਕਰਦੇ ਕਿ ਸਤਿਗੁਰੂ ਇਹਨਾਂ ਤੇ ਹੋਰ ਕਿਰਪਾ ਕਰੇ, ਇਸੇ ਤਰ੍ਹਾਂ ਇਹਨਾਂ ਨੂੰ ਨਾਮ ਤੇ ਬਾਣੀ ਨਾਲ ਜੋੜੀ ਰੱਖੇ, ਤੇ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ, ਘਰਾਂ ਵਿੱਚ ਤੰਦਰੁਸਤੀਆਂ ਹੋਣ, ਕਮਾਈਆਂ ਜਿਨ੍ਹਾਂ ਦੇ ਬਰਕਤ ਹੋਵੇ। ਗੁਰਮੀਤ ਜੀ ਦੇਖੋ, ਜੇ ਕਾਂਚੀ ਟੀਵੀ ਚੱਲਦਾ ਆ, ਜਿਹੜਾ ਕਾਂਚੀ ਟੀਵੀ ਚੱਲਦਾ, ਇਹ ਸੰਗਤ ਦੇ ਸਹਾਰੇ ਨਾਲ ਚੱਲਦਾ। ਜਿੰਨੀ ਵੀ ਸੰਗਤ ਸੇਵਾ ਦੇ ਰਹੀ ਆ, ਕਿ ਉਹ ਕਾਂਚੀ ਟੀਵੀ ਚਲਾਉਣ ਲਈ ਵੀ ਆਪਾਂ ਨੂੰ ਸਹਿਯੋਗ ਦੀ ਲੋੜ ਆ ਸੰਗਤ ਦੇ, ਜੋ ਕਿ ਸੰਗਤ ਦੇ ਰਹੀ ਆ। ਸਾਡੇ ਭਵਿਸ਼ ਚੁੰਬਰ ਜੀ ਜਿਹੜੇ ਉਹਨਾਂ ਨੇ, ਉਹ ਕਹਿੰਦੇ ਅਸੀਂ ਜੌਬ ਲੱਗੇ ਆ, ਤੇ ਉਹਨਾਂ ਨੇ ਫਿਰ ਕਿਹਾ ਵੀ ਅਸੀਂ ਇਹਨਾਂ ਨੂੰ ਨਾ ਸਕਸੈਸਫੁਲ ਹੋਵੇ। ਕਿਉਂਕਿ ਦੇਖੋ ਅੱਜ ਕਾਂਚੀ ਟੀਵੀ ਗੁਰਮੀਤ ਜੀ ਆਪਾਂ ਦੇਖ ਰਹੇ ਹਾਂ, ਤੇ ਉਹਦੇ ਵਿੱਚ ਆਪਾਂ ਅੱਜ ਦੀ ਗੱਲ ਕਰੀਏ ਕਿ ਐਡਾ ਵੱਡਾ ਅੱਜ ਦਾ ਦਿਨ ਜੋ ਆਪਾਂ ਦੁਨੀਆ ਦੇ ਵਿੱਚ ਸਾਨੂੰ ਸਭ ਇਹ ਮੈਸੇਜ ਜਾ ਰਹੇ ਆ, ਤੇ ਸਾਨੂੰ ਆਪਣੇ ਭੈਣਾਂ ਵੀਰ ਵੀ ਆਪਣੇ ਕਵਿਤਾਵਾਂ ਵੀ ਸੁਣਾ ਰਹੇ, ਉਹਦੇ ਜੀਵਨ ਬਾਰੇ ਦੱਸ ਰਹੇ। ਹਾਂਜੀ ਲੈਣੇ ਆ, ਤੇ ਇਹ ਕਾਂਚੀ ਟੀਵੀ ਦੇ ਰਾਹੀਂ ਅਸੀਂ ਕਰ ਸਕਦੇ ਹਾਂ। ਜੇਕਰ ਕਾਂਚੀ ਟੀਵੀ ਨਹੀਂ ਸਾਡੇ ਪਾਸ, ਤੇ ਅਸੀਂ ਦੇਖੋ ਜੀ, ਸਾਡਾ ਮੀਡੀਆ ਨਾ ਹੁੰਦਾ ਤਾਂ ਅਸੀਂ ਦੱਸ ਕਿੱਥੇ ਸਕਦੇ, ਸਾਨੂੰ ਕੌਣ ਬੋਲਣ ਦਿੰਦਾ, ਹੋਰ ਕੋਈ ਮੀਡੀਆ ਵਾਲਾ ਬੋਲਣ ਦਿੰਦਾ। ਲਾਈਵ ਕੋਲ ਲੈ ਲਓ, ਫਿਰ ਬਾਅਦ ਚ ਆਪਾਂ ਗੱਲ ਕਰਦੇ ਹਾਂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹੈਲੋ ਭੋਲੀ ਜੀ, ਤਿੰਨਾਂ ਭੈਣਾਂ ਨੂੰ ਤੁਹਾਨੂੰ ਪਿਆਰੀ ਪਿਆਰੀ ਜੈ ਗੁਰਦੇਵ ਤੇ ਜੈ ਭੀਮ, ਜੈ ਭਾਰਤ। ਥੈਂਕ ਯੂ ਆਸ਼ਾ ਜੀ ਤੁਹਾਨੂੰ। ਅੱਛਾ ਜੀ, ਹਾਂਜੀ ਆਸ਼ਾ ਮਲ ਬੋਲਦੀ ਆ। ਹਾਂਜੀ, ਤੇ ਨਿਰਵਾਣ ਦਿਵਸ ਦੇ ਜਿਹੜੇ ਸਾਦਾ ਦੇ ਫੁੱਲ ਭੇਟ ਕਰਦੇ ਬਾਬਾ ਜੀ ਸਾਹਿਬ ਦੇ। ਥੈਂਕ ਯੂ ਜੀ। ਤੇ ਨਾਲੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜਾ ਸਾਨੂੰ ਇੰਨਾ ਕੁਛ ਉਹ ਦੇ ਗਏ ਆ, ਸਾਨੂੰ ਉਹਦੇ ਤੇ ਚੱਲਣਾ ਚਾਹੀਦਾ, ਨਾ ਕਿ ਨਵਿਆਂ ਕਾਨੂੰਨਾਂ ਤੇ। ਬਿਲਕੁਲ ਬਿਲਕੁਲ। ਉਹ ਜਿਹੜੇ ਨਵੇਂ ਕਾਨੂੰਨ ਆ, ਉਹ ਤਾਂ ਸਾਰਾ ਕੁਛ ਜਿੱਦਾਂ ਸਾਡੇ ਉਲਟ ਪੁਲਟ ਕਰਦੇ ਆ, ਤੇ ਉਹਨਾਂ ਵੱਲ ਜਾਣ ਦੀ ਲੋੜ ਨਹੀਂ ਸਾਨੂੰ। ਉਹਨਾਂ ਇਹ ਜਿਹੜਾ ਸੰਵਿਧਾਨ ਸਾਨੂੰ ਇੰਨਾ ਵਧੀਆ ਸਾਰਾ ਕੁਝ ਦੇ ਗਏ, ਉਹਦੇ ਤੇ ਪਹਿਰਾ ਦੇਣ ਦੀ ਲੋੜ ਆ। ਬਿਲਕੁਲ ਬਿਲਕੁਲ। ਆਪਣੇ ਹੱਕ ਉਹਦੇ ਵਿੱਚ ਹੀ ਆ, ਬਾਕੀ ਚੀਜ਼ਾਂ 'ਚ ਨਹੀਂ ਹੈਗੇ। ਥੈਂਕ ਯੂ ਭੈਣ ਜੀ, ਥੈਂਕ ਯੂ। ਬਹੁਤ ਵਧੀਆ ਤੁਹਾਡੀ ਗੱਲ। ਮੈਂ ਜ਼ਿਆਦੀਆਂ ਗੱਲਾਂ ਨਹੀਂ ਕਰਨੀਆਂ, ਮੈਂ ਚਾਹੁੰਦੀ ਵੀ ਸਾਰੇ ਆਉਣ। ਹਾਂਜੀ, ਸਾਰੇ ਉਹ ਪਤਾ ਕੀ ਲੈਣਾ, ਸਾਰਿਆਂ ਨੇ ਉਹ ਵੇਟ ਕਰਦੇ ਆ। ਅਸੀਂ ਕਹਿੰਦੇ ਵੀ ਅੱਜ ਥੋੜੀ ਥੋੜੀ ਕੋਲ ਲਈਏ। ਹਾਂਜੀ, ਹਰ ਇੱਕ ਦਾ ਮਨ ਹੈ, ਸਾਰਿਆਂ ਨੂੰ ਹੁੰਦਾ ਹੈ ਸਮਰਾਜ ਲਈ ਪੇਸ਼ ਕਰਨੇ ਦੀ ਲੋੜ ਆ। ਹਾਂਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਭੋਲੀ ਜੀ, ਸਾਰੀਆਂ ਭੈਣਾਂ ਨੂੰ। ਕਿ ਪਹਿਲੀ ਤਾਂ ਗੱਲ ਇਹ ਕਿ ਉਹਨਾਂ ਨੇ ਅੰਧ ਵਿਸ਼ਵਾਸੀ ਨੂੰ ਵੀ ਦੂਰ ਕੀਤਾ, ਕਿਉਂਕਿ ਜਿੱਥੇ ਅਨਪੜ੍ਹਤਾ ਆ, ਅੰਧ ਵਿਸ਼ਵਾਸੀ ਸਿਮਰਤੀ ਜਿਹੜੇ ਭਰਮਾਂ ਭੁਲੇਖਿਆਂ ਚ ਪਾ ਕੇ ਰੱਖਦੇ ਸੀ, ਉਹ ਵੀ ਉਹਨਾਂ ਨੇ ਆਪਾਂ ਨੂੰ ਆਜ਼ਾਦ ਕਰਾਇਆ, ਗੁਲਾਮੀ ਤੋਂ ਆਜ਼ਾਦ ਕਰਾਇਆ, ਜਿਹੜੇ ਕਿ ਸਦਾ ਹੀ ਗੁਲਾਮੀ ਦੇ ਅੰਦਰ ਰਹਿੰਦੇ ਸਨ। ਗੁਰਮੀਤ ਜੀ, ਉਹਨਾਂ ਨੇ ਨਾ ਸਾਡੇ ਲੋਕਾਂ ਨੂੰ ਭੁਲੇਖੇ ਜ਼ਿਆਦਾ ਪਾਏ ਹੋਏ ਸੀ, ਭੁਲੇਖੇ ਪਾਏ ਹੋਏ ਸਾਨੂੰ ਜਾਦੂ ਟੂਣਾ ਇਸੇ ਕਰਕੇ ਇਹ ਭੁਲੇਖਿਆਂ ਚੋਂ ਅਸੀਂ ਬਾਹਰ ਨਹੀਂ ਸੀ ਨਿਕਲ ਸਕਦੇ। ਉਹਨਾਂ ਪਤਾ ਸੀ ਨੇਪਾਲ ਜਨਤਾ ਇਹਨਾਂ ਨੂੰ ਮਗਰ ਲਾਈ। ਬਾਬਾ ਸਾਹਿਬ ਦੇ ਜੋ ਗਿਆਨ ਆ, ਧਰਮ ਰਾਜਨੀਤੀ ਦੀ ਗੱਲ ਦੀ
ਕਿ ਉਹਨਾਂ ਨੇ ਹੱਕਾਂ ਦੀਆਂ ਜਿਹੜੇ ਹੱਕਾਂ ਦੇ ਅਧਿਕਾਰਾਂ ਤੇ ਉਹਨਾਂ ਨੇ ਸਾਰੇ ਉਹ ਇੱਕ ਕਿਸਮ ਦੇ ਬੂਹੇ ਖੋਲ ਗਏ ਸਾਡੇ ਲਈ, ਖੁੱਲੇ ਦਰਵਾਜ਼ੇ ਖੋਲ ਦਿੱਤੇ, ਕਿਉਂਕਿ ਅਸੀਂ ਲਾਈਫ ਕੋ ਲੈ ਲਈ। ਹਾਂਜੀ, ਕਿਉਂਕਿ ਅਸੀਂ ਇਹਨਾਂ ਅੰਨੀਆਂ ਸੋਚਾਂ ਤੇ ਜਿੱਦਾਂ ਵਿੱਚ ਹੀ ਨਾ ਫਸੇ ਰਹੀਏ, ਇਹਨਾਂ ਤੇ ਸਾਨੂੰ ਉਹਨਾਂ ਨੇ ਚਾਨਣਾ ਪਾ ਕੇ ਦੱਸਿਆ ਕਿ ਜੇਕਰ ਅਸੀਂ ਅੰਨੀਆਂ ਸੋਚਾਂ ਦੇ ਵਿੱਚ ਹੀ ਰਹੇ ਅਸੀਂ ਉੱਥੇ ਦੇ ਉੱਥੇ ਹੀ ਰਵਾਂਗੇ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹੈਲੋ ਜੀ, ਜਗਦੇਵ, ਜੈ ਭੀਮ ਜੀ, ਜੈ ਵਾਲਮੀਕੀ। ਜੈ ਗੁਰਦੇਵ। ਹਾਂਜੀ, ਮੈਂ ਅਮਰਜੀਤ ਬੋਲਦੀ ਬ੍ਰੈਡਫੋਰਡ ਤੋਂ। ਅੱਛਾ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਮੈਂ ਵੀ ਮਹਾਰਾਜ ਜੀ ਨੂੰ ਡਾਕਟਰ ਮੇਰਗਾ ਮਹਾਰਾਜ ਦੇ ਫੁੱਲ ਭੇਟ ਕਰਦੀ ਹਾਂ ਸਾਰੇ ਪਰਿਵਾਰ ਵੱਲੋਂ। ਥੈਂਕ ਯੂ ਜੀ। ਬਹੁਤ ਨਾਈਸ ਪ੍ਰੋਗਰਾਮ ਆ ਤੇ ਬਹੁਤ ਸੱਚੇ ਤੇ ਸੁੱਚੇ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਕਰ ਰਹੇ ਆ। ਬਹੁਤ ਖੁਸ਼ੀ ਦਾ ਦਿਨ ਆ। ਮਹਾਰਾਜ ਨੇ ਸਾਡੇ ਲਈ ਇੰਨਾ ਸੰਘਰਸ਼ ਕੀਤਾ ਕਿ ਆਪਾਂ ਉਹਦੀ ਦੇਣ ਨਹੀਂ ਦੇ ਸਕਦੇ। ਬਿਲਕੁਲ। ਹਾਂਜੀ, ਇਸੇ ਤਰ੍ਹਾਂ ਤੁਸੀਂ ਆਪਣਾ ਪ੍ਰੋਗਰਾਮ ਚਾਲੂ ਰੱਖੋ, ਇਸੇ ਤਰ੍ਹਾਂ ਖੁਸ਼ੀਆਂ ਦਿੰਦੇ ਰਹੋ। ਥੈਂਕ ਯੂ। ਜੈ ਗੁਰਦੇਵ। ਕਿਉਂਕਿ ਭੈਣ ਜੀ ਹੁਣੀ ਇਹ ਕਹਿ ਕੇ ਗਏ ਆ ਕਿ ਜੇਕਰ ਟੈਲੀਵਿਜ਼ਨ ਚੱਲਦਾ ਆ ਤੇ ਟੈਲੀਵਿਜ਼ਨ ਵਿੱਚ ਤੁਸੀਂ ਪ੍ਰੋਗਰਾਮ ਦਿੰਦੇ ਆ ਤੇ ਉਹਨਾਂ ਨੂੰ ਘਰ ਬੈਠਿਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਅੱਜ ਕਿਹੜਾ ਦਿਨ ਆ, ਕਿਹੜੀ ਅੱਜ ਤਰੀਕ ਆ। ਤੇ ਉਦੋਂ ਜੇਕਰ ਆਪਣੇ ਕੋਲ ਕੋਈ ਮੀਡੀਆ ਨਾ ਹੋਵੇ ਤਾਂ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ ਹੈਗਾ ਤੇ ਆਪਾਂ ਇੱਕ ਹਨੇਰੇ ਵਿੱਚ ਹੀ ਰਹਿਣਾ ਆ। ਜਿਹੜਾ ਕਾਂਚੀ ਟੀਵੀ ਆ ਇਹ ਰੋਸ਼ਨੀ, ਹੁਣ ਅਸੀਂ ਸਾਰੇ ਜਿੰਨੇ ਆ ਵੀ ਹੈਗੇ ਆਪਾਂ ਦੇ ਜਿਹੜੀਆਂ ਆਪਾਂ ਨਹੀਂ ਵੀ ਸੱਚੇ ਭੈਣ ਜੀ ਗੱਲ ਪਤਾ ਉਹ ਵੀ ਸਾਨੂੰ ਪਤਾ ਲੱਗਦੀਆਂ ਕਿ ਘਰ ਬੈਠਿਆਂ ਨੂੰ ਆਪਾਂ ਕਾਂਚੀ ਟੀਵੀ ਰਾਹੀਂ ਇਹ ਪ੍ਰੋਗਰਾਮ ਲਿਆਉਂਦੇ ਆ। ਗੁਰਮੀਤ ਜੀ ਤੇ ਸਾਰਿਆਂ ਨੂੰ ਕਰ ਉਹਨੇ ਕਿ ਦਾਇਰੇ ਦੇ ਵਿੱਚ ਹੀ ਬੈਠੇ ਰਹਿਣਾ, ਪਰਿਵਾਰਕ ਗੱਲਾਂ ਬਾਤਾਂ ਹੀ ਹੋਣੀਆਂ। ਜੇਕਰ ਸਾਨੂੰ ਬਾਹਰਲੀ ਨੌਲੇਜ ਤਾਂ ਹੀ ਮਿਲ ਸਕਦੀ ਜੇ ਸਾਡੇ ਕੋਲ ਕੋਈ ਪਲੇਟਫਾਰਮ ਜੇਕਰ ਅੱਜ ਸਾਡੇ ਕੋਲ ਮੀਡੀਆ ਤੇ ਆਪਾਂ ਦੁਨੀਆ ਦੇ ਵਿੱਚ ਖੁੱਲ ਕੇ ਗੱਲ ਕਰ ਸਕਦੇ। ਸਾਰੇ ਹੀ ਦੇਖੋ ਸਰਦਾ ਦੇ ਫੁੱਲ ਭੇਟ ਕਰਦੇ ਆ, ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਨੂੰ ਕਰਦੇ ਆ। ਤਾਂ ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹੈਲੋ ਜੀ, ਮੈਂ ਹਰਭਜਨ ਕੌਰ ਰੱਤੂ ਬੋਲਦੀ ਆ। ਹਾਂਜੀ, ਪਹਿਲਾਂ ਤਾਂ ਤਿੰਨਾਂ ਭੈਣਾਂ ਨੂੰ ਮੈਂ ਜੈ ਗੁਰਦੇਵ ਕਹਿੰਦੀ ਹਾਂ। ਧੰਨ ਗੁਰਦੇਵ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ ਕਹਿੰਦੀ ਹਾਂ। ਹਾਂਜੀ, ਥੈਂਕ ਯੂ ਜੀ। ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਦੇ ਨਿਰਮਾਣ ਦਿਵਸ ਤੇ ਰੱਤੂ ਪਰਿਵਾਰ ਵੱਲੋਂ ਅਸੀਂ ਉਹਨਾਂ ਨੂੰ ਬਹੁਤ ਬਹੁਤ ਨਮਸਕਾਰ ਕਰਦੇ ਹਾਂ, ਕੋਟ ਕੋਟ ਪ੍ਰਣਾਮ ਕਰਦੇ ਹਾਂ। ਹਾਂਜੀ, ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਆ। ਹਾਂਜੀ, ਬਿਲਕੁਲ। ਪਰ ਆਪਾਂ ਉਹਨਾਂ ਨੂੰ ਕੁਝ ਦੇ ਨਹੀਂ ਸਕੇ। ਹਾਂਜੀ, ਜਿਸ ਤਰ੍ਹਾਂ ਉਹਨਾਂ ਨੂੰ ਆਪਾਂ ਮਿਹਨਤ ਕਰਕੇ ਦੇਣਾ ਚਾਹੀਦਾ ਸੀਗਾ ਉਹਨੇ ਤੱਕ ਆਪਾਂ ਹੋ ਨਹੀਂ ਸਕੇ ਕਿ ਉਹਨਾਂ ਨੇ ਕੱਲਿਆਂ ਨੇ ਬਹੁਤ ਸਾਰੀ ਜਨਤਾ ਲਈ, ਸਾਰੀ ਕੌਮ ਲਈ, ਕੌਮਾਂ ਲਈ, ਸਾਰੀਆਂ ਕੌਮਾਂ ਲਈ, ਕੋਈ ਜਾਤ ਪਾਤ ਉਹਨਾਂ ਨੇ ਇੱਕੋ ਹੀ ਨਿਗਾਹ 'ਚ ਸਾਰਿਆਂ ਨੂੰ ਹੱਕ ਦਿੱਤੇ। ਹਾਂਜੀ, ਅੱਜ ਆਪਣੇ ਆਪਣੇ ਹੱਕ ਲੈ ਕੇ ਤੇ ਅੱਜ ਵੱਡੇ ਛੋਟੇ ਦੱਸਣ ਲੱਗ ਪਏ ਆ ਤੇ ਉਸੇ ਡਾਕਟਰ ਮੇਰਗਾ ਦੇ ਹੱਕ ਵਰਤ ਵੀ ਰਹੇ ਆ। ਹਾਂਜੀ, ਤੇ ਅੱਜ ਜੇ ਕਿਤੇ ਸਾਰੀ ਕੌਮ ਇਕੱਠੀ ਹੋ ਕੇ ਤਾਂ ਜਿਸ ਤਰ੍ਹਾਂ ਅੱਜ ਦਿਨ ਸੀ ਉਹਨਾਂ ਦਾ ਤੇ ਬਹੁਤ ਵੱਡੇ ਪੱਧਰ ਤੇ ਇਹ ਕੀਤਾ ਜਾਣਾ ਚਾਹੀਦਾ ਸੀ। ਤੇ ਇਸ ਕਰਕੇ ਅਸੀਂ ਦੇਖੋ ਉਹਨਾਂ ਨੇ ਕੱਲਿਆਂ ਨੇ ਇੱਕ ਕਲਮ ਦੀ ਕਲਮ 'ਚ ਉਹਨਾਂ ਦੀ ਪਾਵਰ ਕਿੰਨੀ ਸੀਗੀ। ਬਿਲਕੁਲ ਬਿਲਕੁਲ, ਕਲਮ ਦੀ ਉਹਨਾਂ ਨੇ ਲੜਾਈ ਕੀਤੀ ਹੈ। ਕਲਮ ਦੀ ਲੜਾਈ ਕੀਤੀ ਆ। 32 ਡਿਗਰੀਆਂ 32 ਡਿਗਰੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ। ਸਾਡਾ ਬੱਚਾ 1 ਡਿਗਰੀ ਕਰ ਲਵੇ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ। ਹਾਂਜੀ, ਥੈਂਕ ਯੂ ਭੈਣ ਜੀ। ਤਾਂ ਉਹਨਾਂ ਨੇ ਆਪਣਾ ਪਰਿਵਾਰ ਗਰੀਬੀ ਦੇ ਵਿੱਚ ਰਹਿ ਕੇ ਤਾਂ ਸਾਰੀ ਦੁਨੀਆ ਲਈ ਇਹ ਡਿਗਰੀਆਂ ਲਈਆਂ ਸੀ। ਦੁਨੀਆ ਦੀ ਝੋਲੀ ਵਿੱਚ ਆਪਣੇ ਬੱਚੇ ਕੁਰਬਾਨ ਕਰਕੇ ਤਾਂ ਦੂਜਿਆਂ ਦੇ ਬੱਚੇ ਉਹਨਾਂ ਨੇ ਜਿਹੜਾ ਕਹਿ ਦਿਓ ਕਿ ਗੱਲ ਲਾਇਆ ਕਿ ਉਹਨਾਂ ਬੱਚਿਆਂ ਦਾ ਫਿਕਰ ਕੀਤਾ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ। ਬਹੁਤ ਬਹੁਤ ਥੈਂਕ ਯੂ ਜੀ। ਹਾਂਜੀ, ਰੱਤੂ ਜੀ ਤੁਸੀਂ ਹਾਂਜੀ ਨੇ ਭੈਣ ਜੀ, ਗੱਲ ਇਹ ਆ ਵੀ ਦੇਖੋ ਜਦੋਂ ਹਨਾ ਕੋਈ ਇੰਡੀਆ ਦੇ ਵਿੱਚ ਕੋਈ ਗੱਲ ਹੁੰਦੀ ਆ, ਜੇ ਕਿਸੇ ਨੂੰ ਕੋਈ ਸਜ਼ਾ ਮਿਲਦੀ ਆ ਤੇ ਉਹ ਸੰਵਿਧਾਨ ਹੀ ਦਿੰਦਾ। ਬਿਲਕੁਲ, ਉਹ ਤੋਂ ਚੱਲਦੇ ਪਹਿਲੋਂ ਜਿਹੜੇ ਨਹੀਂ ਵੀ ਮੰਨਦੇ, ਜਿਹੜੇ ਕਹਿੰਦੇ ਅਸੀਂ ਨਹੀਂ ਸੰਵਿਧਾਨ ਨੂੰ ਮੰਨਦੇ, ਪਰ ਜਿੱਦਣ ਉਹ ਜਾਂਦੇ ਆ ਕੋਰਟ ਦੇ ਵਿੱਚ, ਜਿੱਦਣ ਕਚਹਿਰੀ 'ਚ ਹੁੰਦਾ ਫੈਸਲਾ ਤਾਂ ਫੇਰ ਵੀ ਉਹ ਕੋਰਟ ਆਪਣੇ ਸੰਵਿਧਾਨ ਹੀ ਕਰਦਾ ਆ। ਦੇਖੋ ਕਿੱਡੀ ਵੱਡੀ ਗੱਲ ਆ। ਬਿਲਕੁਲ ਬਿਲਕੁਲ। ਤੇ ਆਪਾਂ ਨੂੰ ਸੋਚ ਲੈਣਾ ਚਾਹੀਦਾ ਆ। ਮੈਂ ਤਾਂ ਇਹ ਵੀ ਬਹੁਤ ਸਾਰਿਆਂ ਦਾ ਲੱਖ ਲੱਖ ਵਾਰੀ ਸਾਰਿਆਂ ਨੂੰ ਪ੍ਰਣਾਮ ਕਰਦੀ ਆ, ਆਪਣੇ ਬਾਬਾ ਸਾਹਿਬ ਜੀ ਨੂੰ ਜੋ ਗੁਰੂ ਪੀਰ ਆਏ ਆ ਸਾਡੇ ਕੋਲ ਮਹਾਰਾਜ ਜੀ, ਸਾਡੇ ਕੋਲ ਉਹਨਾਂ ਦਾ ਸਾਡੇ ਕੋਲ ਰਹਿਬਰ ਆ, ਸਾਨੂੰ ਇਹਨਾਂ ਨੂੰ ਮੰਨਣਾ ਚਾਹੀਦਾ ਆ। ਤੇ ਇਹਨਾਂ ਨੇ ਸਾਰਿਆਂ ਨੇ ਦੇਖੋ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹੈਲੋ, ਜੈ ਗੁਰਦੇਵ, ਜੈ ਭੀਮ, ਜੈ ਭੈਣ ਜੀ। ਮੈਂ ਭਾਈ ਨੋਰਾ ਬੋਲਦੀ ਹਾਂ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਆ ਜੀ?
ਹਾਂਜੀ ਬਾਬਾ ਸਾਹਿਬ ਜੀ ਨੂੰ ਅਸੀਂ ਵੀ ਸਰਦਾ ਦੇ ਫੁੱਲ ਭੇਟ ਕਰਦੇ ਆ ਜੀ, ਸਾਰਾ ਪਰਿਵਾਰ। ਅੱਛਾ ਜੀ। ਤੇ 10 ਪਾਉਂਡ ਹੈ ਜੀ ਸਾਡੇ ਤੋਂ, ਲਿਖ ਲਓ। ਅੱਛਾ ਜੀ, ਕਾਂਚੀ ਟੀਵੀ ਨੂੰ। ਹਾਂਜੀ, ਕਾਂਚੀ ਟੀਵੀ ਨੂੰ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਕਿਉਂਕਿ ਕਾਂਚੀ ਟੀਵੀ ਜੇਕਰ ਤੁਸੀਂ ਸੇਵਾ ਦਿੰਦੇ ਆ ਤਾਂ ਕਾਂਚੀ ਟੀਵੀ ਰਾਹੀਂ ਆਪਾਂ ਜੋ ਪ੍ਰੋਗਰਾਮ ਦਿਖਾਉਂਦੇ ਆ ਤਾਂ ਜੇਕਰ ਤਾਂ ਹੀ ਦੇਖੇ ਜਾਓਗੇ। ਜੇਕਰ ਕਾਂਚੀ ਟੀਵੀ ਚੱਲਦਾ ਰਹੂਗਾ ਆਪਾਂ ਕਾਂਚੀ ਟੀਵੀ ਨੂੰ ਵੀ ਬਰਕਰਾਰ ਰੱਖਣਾ ਆ। ਜੇਕਰ ਕਾਂਚੀ ਟੀਵੀ ਚੱਲਦਾ ਹੈ ਤੇ ਤੁਸੀਂ ਘਰ ਬੈਠੇ ਸਾਰੇ ਪ੍ਰੋਗਰਾਮ ਦੇਖੇ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਕਵਿਤਾ ਬੋਲੀਏ। ਛੋਟੀ ਜਿਹੀ ਬੋਲੀਏ। ਅੱਛਾ, ਜੈ ਭੀਮ ਜੈ ਭਾਰਤ, ਇਹ ਹਨ ਸਾਡੇ ਨਾਰੇ। ਜੈ ਭੀਮ ਜੈ ਭਾਰਤ, ਬੋਲੋ ਬੋਲੋ ਗੱਜ ਕੇ ਸਾਰੇ। सत्या में जोगते भीम राव सी कहते, सच तो बलिहारे। जय भीम जय भारत, बोलो बोलो गज के सारे। कौम दा करके गंढण, जात पात दा खंडन, भीम ने बचन विचारे। जय भीम जय भारत, बोलो बोलो गज के सारे। हर कोई विद्या पावे, हर कोई विद्या पावे, विद्या अकल वधावे। कौम दे बनो मनारे। जय भीम जय भारत, बोलो बोलो गज के सारे। अपना धर्म जानो, बैरी ताऊं पछाणो। अपना धर्म जानो, बैरी ताऊं पछाणो। बखावो हथ करारे। जय भीम जय भारत, बोलो बोलो गज के सारे। बुद्ध धर्म अपनावो, जीवन सफल बनावो। होमन बोधी खणी चारे। जय भीम जय भारत, सत्या रुतु बोलो बोलो गज के सारे। क्यों जी सत्या जी, मैं ये जरूर कहना चाਹੁੰਦੀ ਹਾਂ ਕਿ ਉਹਨਾਂ ਨੇ ਆਪ ਇਹ ਬੁੱਧ ਧਰਮ ਅਪਣਾਇਆ ਸੀ, ਪਰ ਉਹ ਕਿਸੇ ਨੂੰ ਹੋਰ ਨੂੰ ਨਹੀਂ ਕਹਿੰਦੇ ਕਿਹਾ ਉਹਨਾਂ ਨੇ ਕਿ ਤੁਸੀਂ ਵੀ ਅਪਣਾਓ। ਉਹਨਾਂ ਦੀ ਇੱਕ ਆਪਣੀ ਇੱਛਾ ਸੀਗੀ ਕਿ ਉਹਨਾਂ ਨੇ ਜਾਣ ਤੋਂ ਹਾਂ ਜਿਹੜਾ ਵੀ ਜਿਹੜੇ ਧਰਮ ਨੂੰ ਮੰਨਦਾ, ਜੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਕੋਈ ਮੰਨਦਾ, ਜਾਂ ਵਾਲਮੀਕ ਭਗਵਾਨ ਮਹਾਰਾਜ ਦੇ ਜਿਹੜਾ ਵੀ, ਪਰ ਬਾਬਾ ਸਾਹਿਬ ਨੇ ਉਹਨਾਂ ਨੂੰ ਇਹ ਲੱਗਾ ਸੀ ਕਿ ਚਲੋ ਇਸ ਧਰਮ ਵਿੱਚ ਉਹਨਾਂ ਨੂੰ ਮਨ ਨੂੰ ਸ਼ਾਂਤੀ ਤੇ ਉਹਨਾਂ ਨੂੰ ਇਹ ਚੰਗਾ ਲੱਗਾ ਹੈ, ਸਕੂਨ ਮਿਲਿਆ ਇਸ ਧਰਮ ਵਿੱਚ। ਇਹ ਗੱਲ ਮੈਂ ਭੋਲੀ ਜੀ ਕਹਿਣਾ ਚਾਹੁੰਦੀ ਹਾਂ। ਦੇਖੋ ਇੰਨੇ ਪੜ੍ਹੇ ਲਿਖੇ ਸੀ, ਇੰਨੇ ਉਹਨਾਂ ਨੇ ਧਾਰਮਿਕ ਗ੍ਰੰਥ ਪੜ੍ਹੇ ਸੀਗੇ। ਉਹਨੇ ਦੇਖਿਆ ਸੀ ਕਿ ਇਹਦੇ ਵਿੱਚ ਮੇਰੇ ਜਿਹੜਾ ਸਮਾਜ ਆ ਉਹਨੂੰ ਫਾਇਦਾ ਆ। ਹਾਂਜੀ ਹਾਂਜੀ, ਤੇ ਉਹ ਉਹਨਾਂ ਨੇ ਇਹ ਨਹੀਂ ਸੀ ਕਿਹਾ। ਉਹਨਾਂ ਨੇ ਗੁਰੂ ਰਵਿਦਾਸ ਜੀ ਉਹਨਾਂ ਨੂੰ ਵੀ ਉਹਨਾਂ ਨੇ ਮੰਨਿਆ। ਹਾਂਜੀ, ਇਹ ਨਹੀਂ ਉਹਨਾਂ ਨੇ ਕਿਹਾ ਸਾਡਾ ਗੁਰੂ ਪਿੱਛੇ ਸਿੱਟਿਆ ਜਾਂ ਕਿੱਦਾਂ ਵੀ। ਉਹਨਾਂ ਸਾਰਿਆਂ ਦੀ ਕਦਰ ਕੀਤੀ ਆ। ਤੇ ਇਹ ਤਾਂ ਗੱਲ ਆ ਵੀ ਜੇ ਕਿਸੇ ਨੂੰ ਕੋਈ ਚੰਗੀ ਚੀਜ਼ ਲੱਗਦੀ ਆ, ਆਪਾਂ ਵੀ ਇਦਾਂ ਹੀ ਆ। ਜੇ ਹੁਣ ਆਪਾਂ ਕਿਸੇ ਨਾਲ ਬੋਲਦੇ ਆ, ਜੇ ਸਾਨੂੰ ਕੋਈ ਚੰਗਾ ਲੱਗਦਾ ਸੀ ਉਹਨਾਂ ਬੋਲੀਦਾ। ਪਰ ਬਾਬਾ ਸਾਹਿਬ ਦਾ ਤੇ ਬਾਬਾ ਸਾਹਿਬ ਨੇ ਕੋਈ ਕਿਸੇ ਨੂੰ ਮਜਬੂਰ ਨਹੀਂ ਸੀ ਕੀਤਾ, ਮਜਬੂਰ ਨਹੀਂ ਸੀ ਕੀਤਾ ਬਣੋ ਜਾਂ ਇਦਾਂ ਹੋਰ ਧਰਮ ਦੇ ਬਣਾਓ। ਉਹਨਾਂ ਦਾ ਸਭ ਇੱਕ ਮੈਸੇਜ। ਹੁਣ ਕਈ ਲੋਕੀ ਇਦਾਂ ਕਹਿੰਦੇ ਲੈ ਉਹਨੇ ਬੁੱਧ ਧਰਮ ਬਣਾਇਆ, ਪਰ ਉਹਨਾਂ ਨੇ ਮੈਸੇਜ ਜਿਹੜਾ ਬਣਾਇਆ, ਉਹਨਾਂ ਨੇ ਕੁਝ ਸੋਚ ਕੇ ਬਣਾਇਆ। ਉਹਨਾਂ ਇੰਨਾ ਪੜ੍ਹੇ ਲਿਖੇ, ਇੰਨੀਆਂ ਡਿਗਰੀਆਂ ਕੀਤੀਆਂ, ਉਹਨਾਂ ਨੇ ਕੁਝ ਸੋਚ ਕੇ ਬਣਾਇਆ। ਇਹ ਨਹੀਂ ਸੱਤਿਆ ਜੀ ਗੱਲ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਉਹਨਾਂ ਨੇ ਵਿਚਾਰਾਂ ਦਿੱਤੀਆਂ, ਜੋ ਉਹਨਾਂ ਨੇ ਸਾਨੂੰ ਸਾਡੇ ਲਈ ਉਹਨਾਂ ਨੇ ਸਾਨੂੰ ਹੀ ਦਿੱਤੀਆਂ, ਉਹਨਾਂ ਨੂੰ ਯਾਦ ਕਰੀਏ, ਨਾ ਕਿ ਆਪਾਂ ਜਾਤਾਂ ਵਾਲਾ ਧਰਮ ਦੇ ਵਿੱਚ ਪੈ ਜਾਈਏ। ਪੈਣਾ ਨਹੀਂ ਚਾਹੀਦਾ। ਆਪਾਂ ਧਰਮ ਦੇ ਵਿੱਚ ਪੈ ਕੇ ਦੇਖੋ ਧਰਮ ਇੱਕ ਵੱਖਰੀ ਚੀਜ਼ ਆ। ਜਿਹੜੀ ਕ੍ਰਾਂਤੀਕਾਰੀ ਉਹਨਾਂ ਨੇ ਮਿਸ਼ਨ ਲਈ ਕੰਮ ਕੀਤਾ, ਸਮਾਜ ਲਈ, ਇੱਕ ਸਮਾਜ ਲਈ ਨਹੀਂ, ਇੱਕ ਵਰਗ ਲਈ ਨਹੀਂ, ਸਾਰੀ ਦੁਨੀਆ ਵਾਸਤੇ ਉਹਨਾਂ ਨੇ ਕੀਤਾ। ਸਾਰਿਆਂ ਹੀ ਉਹਨੇ ਊਚ ਨੀਚ ਦਾ ਸਾਰਾ ਇਹ ਮੁਕਾ ਕੇ ਤਾਂ ਉਹਨਾਂ ਨੇ ਹਰ ਇੱਕ ਲਈ ਕਾਨੂੰਨ ਬਣਾਇਆ ਕਿ ਕਿਸੇ ਔਰਤ ਲਈ ਬਣਾਇਆ, ਬੱਚੇ ਲਈ ਬਣਾਇਆ, ਬਜ਼ੁਰਗ ਲਈ ਬਣਾਇਆ। ਉਹਨਾਂ ਨੇ ਕਿਹੜਾ ਬੁੱਧ ਧਰਮ ਵਾਲਿਆਂ ਲਈ ਇਕੱਲੇ ਵਾਲੇ ਕੰਮ ਕੀਤਾ, ਸਾਰਿਆਂ ਲਈ ਉਹਨਾਂ ਨੇ ਕੀਤਾ। ਸਾਰਿਆਂ ਨੇ ਕੀਤਾ। ਇੱਧਰ ਤਾਂ ਜਾਣਾ ਹੀ ਨਹੀਂ ਚਾਹੀਦਾ ਸਾਨੂੰ। ਸਿਰਫ ਆਪਾਂ ਨੂੰ ਤਾਂ ਉਹਨਾਂ ਦੇ ਜੋ ਬਾਬਾ ਸਾਹਿਬ ਦੀ ਸੋਚ, ਉਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਕਿ ਉਹ ਸਾਡੇ ਹੁਣ ਉਹ ਤਾਂ ਬਹੁਤ ਕੁਝ ਕਰ ਗਏ। ਹਾਂਜੀ, ਆਪਾਂ ਸੋਚੀਏ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਹੈਲੋ ਹੈਲੋ, ਜੈ ਗੁਰਦੇਵ, ਜੈ ਭੀਮ ਜੀ। ਹਾਂਜੀ, ਜੈ ਗੁਰਦੇਵ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਕਮਲੇਸ਼ ਤੂਰ ਲੰਡਨ ਤੋਂ ਬੋਲਦੀ ਹਾਂ। ਅੱਛਾ ਜੀ। ਤੇ ਮੈਂ ਬਸ ਇਹੋ ਬਾਬਾ ਜੀ ਦੇ ਬਾਰੇ ਹੀ ਕਹਿਣਾ ਚਾਹੁੰਦੀ ਹਾਂ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਆ। ਨਹੀਂ ਜੀ, ਖੁਸ਼ੀ ਦਾ ਨਹੀਂ। ਅੱਜ ਦੇ ਦਿਨ ਸਾਡੇ ਕੋਲੋਂ ਬਾਬਾ ਸਾਹਿਬ ਵਿਛੜੇ ਸੀਗੇ। ਚਲੋ ਜੋ ਵੀ ਕਹਿੰਦੇ ਹੁੰਦੇ, ਪਰ ਗਏ ਤਾਂ ਨਹੀਂ, ਸਾਡੇ ਕੋਲ ਆ ਉਹਨਾਂ ਦੇ ਹੋਇਆ। ਖੁਸ਼ੀਆਂ ਵੀ ਨਾਲ ਹੀ ਆ, ਗਏ ਨੇ, ਜਾਣਾ ਵੀ ਆ। ਪਰ ਜਿਹੜੇ ਉਹ ਪੂਰਨੇ ਸਾਡੇ ਲਈ ਪਾ ਕੇ ਗਏ ਸਾਰੇ ਸੰਸਾਰ ਲਈ, ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ। ਬਿਲਕੁਲ। ਐਜੂਕੇਸ਼ਨ ਸਾਡੇ ਲੋਕਾਂ ਲਈ ਕੀ ਸਾਰੀ ਦੁਨੀਆ ਲਈ ਬਹੁਤ ਜ਼ਰੂਰੀ ਆ। ਜਿਹੜਾ ਇਹ ਦਿਨ ਆ, ਇਹ ਬਹੁਤ ਕੀਮਤੀ ਦਿਨ ਆ। ਇਹਦੇ ਤੇ ਜੋ ਵੀ ਬਾਬਾ ਜੀ ਸਾਡੇ ਲਈ ਨਹੀਂ, ਇਕੱਲੇ ਸਾਡੇ ਲਈ ਨਹੀਂ ਕਹਿ ਕੇ ਗਏ, ਸਾਡੀ ਕੌਮ ਲਈ ਨਹੀਂ ਕਹਿ ਕੇ ਗਏ, ਉਹ ਸੰਵਿਧਾਨ ਜਿਹੜਾ ਉਹ ਸਾਰੀ ਦੁਨੀਆ ਲਈ ਕਹਿ ਕੇ ਗਏ ਆ। ਸਾਨੂੰ ਆਪਣੇ ਬੱਚਿਆਂ ਲਈ ਬਹੁਤ ਇਹੋ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਦੱਸਣਾ ਚਾਹੀਦਾ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਆ। ਬਿਲਕੁਲ। ਉਹਨਾਂ ਨੇ ਦੇਖੋ ਸਾਡੇ ਲਈ ਆਪਣਾ ਪਰਿਵਾਰ ਸਾਰਾ ਬਾਹਰ ਦਿੱਤਾ। ਬਿਲਕੁਲ। ਹਾਂਜੀ,
ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ। ਬਸ ਥੈਂਕ ਯੂ ਜੀ। ਸਾਡੇ ਬਾਬਾ ਜੀ ਨੇ ਇਹ ਵੀ ਕਿਹਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਉਹ ਟਾਈਮ ਜਿਹੜਾ ਹੁਣ ਸਾਡੇ ਸਾਰਿਆਂ ਤੇ ਹੀ ਹੈਗਾ। ਬਿਲਕੁਲ ਜੀ। ਜਿਹੜੇ ਸਮਝਣ ਵਾਲੇ ਆ, ਇਹ ਨਹੀਂ ਕਿ ਇਕੱਲੇ ਸਾਡੀ ਕੌਮ ਆ, ਸਾਰੇ ਕੌਮ ਸੰਵਿਧਾਨ ਨੂੰ ਸਾਨੂੰ ਉੱਚੋਂ ਨੀਚ ਕਰਕੇ ਗਏ ਆ। ਥੈਂਕ ਯੂ ਭੈਣ ਜੀ, ਨਿਰਮਲਾ ਜੀ, ਥੈਂਕ ਯੂ ਜੀ। ਕਿ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਅਸੀਂ ਸਾਰਾ ਜੱਗ ਜਿੱਤ ਸਕਦੇ ਹਾਂ। ਥੈਂਕ ਯੂ ਭੈਣ ਜੀ। ਇੰਨੇ ਲਫ਼ਜ਼ਾਂ ਦੇ ਨਾਲ ਮੈਂ ਮਾਫੀ ਮੰਗਦੀ ਹਾਂ। ਥੈਂਕ ਯੂ, ਬਹੁਤ ਵਧੀਆ। ਜੈ ਗੁਰਦੇਵ, ਧੰਨਵਾਦ ਸੀ ਇਹਨਾਂ ਦਾ ਮੈਸੇਜ। ਸੱਚਾ ਗੁਰਮੀਤ ਜੀ, ਆਪਣਾ ਪ੍ਰੋਗਰਾਮ ਸਮਾਪਤੀ ਵਾਲੇ ਆਖਰੀ ਚ ਮੈਂ ਇਹ ਕਹਿਣਾ ਚਾਹੁੰਦੀ ਕਿ ਜਿਸ ਕੰਮ ਨੂੰ ਕਿਸੇ ਹੋਰ ਨੇ ਹੱਥ ਨਹੀਂ ਸੀ ਪਾਇਆ, ਉਹ ਬਾਬਾ ਸਾਹਿਬ ਨੇ ਅੱਗੇ ਹੋ ਕੇ ਕਦਮ ਵਧਾਇਆ ਤੇ ਇਸ ਕੰਮ ਔਖੇ ਨੂੰ ਜਾਤ ਪਾਤ ਛੂਤ ਛਾਤ ਸਭ ਕੁਝ ਉਹਨਾਂ ਨੇ ਮਿਟਾ ਦਿੱਤੀ। ਤੇ ਅੱਗੋਂ ਉਹਨਾਂ ਨੇ ਇਹ ਵੀ ਉਹਨਾਂ ਨੇ ਦਿੱਤਾ ਸੰਦੇਸ਼ ਕਿ ਛੋਟੇ ਮੋਟੇ ਹਿੱਤ ਸੁੱਖ ਛੱਡੋ, ਛੋਟੇ ਮੋਟੇ ਹਿੱਤ ਸੁੱਖ ਛੱਡੋ, ਸੌੜੀ ਸੋਚ ਤਿਆਗੋ। ਤੇ ਬਾਬਾ ਸਾਹਿਬ ਦੇ ਜੋ ਹੁਕਮ ਮੰਨਣ ਵਾਲੇ ਆ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਆ, ਜਾਗੋ ਜਾਗੋ ਜਾਗੋ। ਉਹਨਾਂ ਨੂੰ ਜਾਗੋ ਦਾ ਸੁਨੇਹਾ ਦੇ ਕੇ ਗਏ ਆ। ਉਹ ਸੁਨੇਹਾ ਇਹ ਦੇ ਕੇ ਗਏ ਆ ਕਿ ਜਿਸ ਤਰ੍ਹਾਂ ਉਹ ਅੱਧੀ ਰਾਤ ਤੱਕ ਇੱਕ ਵਾਰੀ ਜਾਗਦੇ ਸੀ ਤਾਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਕਿਉਂ ਜਾਗ ਰਹੇ, ਸਾਰੇ ਲੋਕ ਸੁੱਤੇ ਆ। ਉਹਨਾਂ ਨੇ ਕਿਹਾ ਕਿ ਮੇਰਾ ਸਮਾਜ ਸੁੱਤਾ ਪਿਆ, ਮੈਂ ਉਹਨਾਂ ਲਈ ਮੈਂ ਜਾਗਦਾ, ਮੈਂ ਉਹਨਾਂ ਨੂੰ ਜਗਾਉਣ ਲਈ ਮੈਂ ਜਾਗ ਰਿਹਾ ਕਿ ਮੇਰਾ ਸਮਾਜ ਸੁੱਤਾ ਰਿਹਾ। ਇਹ ਵੀ ਉਹਨਾਂ ਦਾ ਇੱਕ ਸੰਦੇਸ਼ ਸੀ। ਸੋ ਜੋ ਬਾਬਾ ਸਾਹਿਬ ਕਰ ਗਏ ਆ, ਅਸੀਂ ਉਹਨਾਂ ਨੂੰ ਕਦੀ ਭੁੱਲ ਨਹੀਂ ਸਕਦੇ। ਤੇ ਹੁਣ ਆਪਣੀ ਸਮਾਪਤੀ ਵੱਲ ਵੀ ਆਪਾਂ ਜਾ ਰਹੇ ਹਾਂ। ਹਾਂਜੀ, ਤੇ ਇੱਕ ਲਾਈਕ ਕੋਲ। ਹੈਲੋ ਜੀ, ਜੈ ਗੁਰਦੇਵ। ਹੈਲੋ, ਜੈ ਗੁਰਦੇਵ ਜੀ। ਹਾਂਜੀ, ਜੈ ਭੀਮ, ਜੈ ਭਾਰਤ। ਮੈਂ ਸਰ ਗਰੇਵਾਲ ਬੋਲਦਾ ਆਕਸਫੋਰਡ ਤੋਂ। ਅੱਛਾ ਜੀ। ਡਾਕਟਰ ਅੰਬੇਦਕਰ ਜੀ ਨੇ ਜਦੋਂ ਸੰਵਿਧਾਨ ਲਿਖਿਆ ਆ, ਪਰ ਨਹਿਰੂ ਚਾਹੁੰਦਾ ਹੁੰਦਾ ਸੀ ਵੀ ਸੰਵਿਧਾਨ ਜਿਹੜਾ ਇੱਥੇ ਦਾ ਰਾਈਟਰ ਆ, ਉਹ ਮੈਂ ਗੱਲ ਨਹੀਂ ਛੇਤੀ ਵਧਾਉਂਦਾ, ਪਰ ਫੇਰ ਵੀ ਗਾਂਧੀ ਨੇ ਕਿਹਾ ਕਿ ਸਾਡੇ ਕੋਲ ਡਾਕਟਰ ਅੰਬੇਦਕਰ ਜਿਉਂ ਹੈਗਾ, ਉਹਨੂੰ ਕਹੋ ਸੰਵਿਧਾਨ ਲਿਖੋ। ਫਿਰ ਉਹਨਾਂ ਨੇ ਸੰਵਿਧਾਨ ਦੇ ਇੰਚਾਰਜ ਵੀ ਸੀ ਤੇ ਉਹਨਾਂ ਨੇ ਸੰਵਿਧਾਨ ਲਿਖ ਕੇ ਪਾਰਲੀਮੈਂਟ ਤੱਕ ਪਹੁੰਚਾਇਆ। ਥੈਂਕ ਯੂ ਜੀ। ਪਤਾ ਕਿ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਹੁਣ। ਮਾਫੀ ਚਾਹੁੰਦੇ ਆ ਤੇ ਬਸ ਸਿਰਫ ਸਕਿੰਟੇ ਰਹਿ ਗਏ ਤਾਂ ਮੇਰੀ ਜਿਹੜੀ ਆ ਉਹਨਾਂ ਨੇ ਸਾਨੂੰ ਲੈ ਕੇ ਦਿੱਤੀ ਹੈ। ਥੈਂਕ ਯੂ ਜੀ, ਤੁਹਾਡਾ ਬਹੁਤ ਵਧੀਆ ਮੈਸੇਜ ਸੀਗਾ। ਤੇ ਆਪਾਂ ਹਾਂਜੀ ਸੱਚਾ ਜੀ, ਤੇ ਅਖੀਰ ਚ ਆਪਾਂ ਸਾਰਿਆਂ ਨੂੰ ਇਹੀ ਮੈਸੇਜ ਦਈਏ ਵਧੀਆ ਜਿਹਾ ਕਿ ਭੈਣੋ ਜਾਗੋ ਤੇ ਜਾਗੋ। ਇਹ ਨਹੀਂ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਡਿਗਰੀਆਂ ਕਰਵਾਈਏ ਤੇ ਆਪਾਂ ਉੱਠ ਕੇ ਆਪਾਂ ਜਿੱਦਾਂ ਕਿ ਅੱਗੇ ਆਈਏ, ਸਾਡੇ ਹੱਥਾਂ 'ਚ ਕਲਮ ਹੋਵੇ, ਸਾਡੇ ਬੱਚਿਆਂ ਦੇ ਹੱਥਾਂ 'ਚ ਕਲਮ ਹੋਵੇ। ਤੇ ਇੰਨਾ ਹੀ ਕਹਿੰਦੇ ਹੋਏ ਪ੍ਰੋਗਰਾਮ ਨੂੰ ਸਮਾਪਤ ਕਰ ਰਹੇ ਸਾਰੇ। ਸ਼ਰਧਾਂਜਲੀ ਭੇਟ ਕਰਦੇ ਬਾਬਾ। ਜੈ ਭੀਮ, ਜੈ ਭੀਮ।